ਤੁਹਾਡੀ ਉਮਰ 15 ਸਾਲ ਦੀ ਸੀ, ਮਤਲਬ ਬੱਚੇ ਸੀ ਉਸ ਟਾਈਮ ਤੇ, ਉਦੋਂ ਕੋ ਸਿਰਫ ਕੋਈ ਗੱਲਾਂ ਸੁਣਦੇ ਹੋਵੋਗੇ ਜਾਂ ਉਹਨਾਂ ਗੱਲਾਂ ਤੇ ਤੁਹਾਡੇ ਤੇ ਕੀ ਪ੍ਰਭਾਵ ਹੋਇਆ ਹੋਊਗਾ? ਕੀ ਕੁਝ ਸੁਣਦੇ ਸੀ ਤੁਸੀਂ ਵੱਡਿਆਂ ਤੋਂ ਉਸ ਸਮੇਂ? ਜਿਵੇਂ ਉੱਥੇ ਲੋਕ ਸੀ ਸਿੰਘ ਤੇ ਅੰਦਰ, ਹਾਂ, ਉਹ ਇਹ ਕਹਿ ਰਹੇ ਸੀ ਉਧਰਲੀ ਭਾਸ਼ਾ 'ਚ ਵੀ ਤੇ ਦੁਸ਼ਟਾਂ ਨੇ ਫੌਜ ਲਾ ਛੱਡੀ ਹੈ ਤੇ ਤੁਸੀਂ ਕਾਕਾ ਅੰਦਰੋਂ ਨਹੀਂ ਨਿਕਲਣਾ ਬੇਟਾ। ਬੱਚੇ ਤੇ ਛੋਟੇ ਸੀ ਜਾਂ ਹੋਰ ਸੰਗਤਾਂ ਨੂੰ ਵੀ ਕਹਿ ਰਹੇ ਸੀ, ਬੀਬੀਆਂ ਨੂੰ ਕਹਿ ਰਹੇ ਸੀ ਵੀ ਤੁਸੀਂ ਅੰਦਰ ਰਹਿਣਾ ਤੇ ਕਿਸੇ ਟਾਈਮ ਵੀ ਇੱਥੇ ਜਿਹੜੇ ਦੁਸ਼ਟ ਹੈ ਫੌਜ ਹੈ ਉਸ ਸਮੇਂ ਦੀ ਸਰਕਾਰ ਵੱਲੋਂ ਅਟੈਕ ਕੀਤਾ ਜਾਊਗਾ ਤੇ ਤੁਸੀਂ ਅੰਦਰ ਰਹਿਣਾ। ਤੁਹਾਨੂੰ ਉੱਥੋਂ ਦੇ ਹਾਲਾਤ ਦੇਖ ਕੇ ਜਾਂ ਉੱਥੇ ਜਿਹੜੀ ਪੁਲਿਸ ਸੀ ਪਹਿਲਾਂ ਤਾਇਨਾਤ ਸੀ ਜਾਂ ਫਿਰ ਜਿਹੜੀ ਆਰਮੀ ਲੱਗੀ ਸੀ ਉਹ ਉਸ ਵਕਤ ਉੱਥੇ ਸੀ? ਅਸੀਂ ਤਾਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਸੀ ਪਏ ਸੀ ਜੀ, ਪਰ ਬੰਬ ਬਲਾਸਟ ਹੈ ਜਿਹੜਾ 4 ਤਰੀਕ ਨੂੰ ਸਵੇਰੇ ਹੀ ਪਹਿਲਾ ਬੰਬ ਬਲਾਸਟ ਸਰੋਵਰ ਦੇ ਉੱਤੇ ਕੀਤਾ ਗਿਆ ਜੀ। ਤਾਂ ਉਹਨਾਂ ਦੀ ਕੀ ਤਮੰਨਾ ਸੀ ਇਹ ਉਹ ਜਾਣਦੇ ਨੇ ਵੀ ਜਾਂ ਤਾਂ ਉੱਥੇ ਸੰਗਤ ਇਕੱਠੀ ਹੈ ਹਾਂ, ਤੇ ਉਸ ਤੋਂ ਬਾਅਦ ਫਿਰ ਲਗਾਤਾਰ ਹੈ ਜਿਹੜੀ ਹਫੜਾ ਦਫੜੀ ਮਚ ਗਈ ਹੋਣੀ, ਗੋਲੀਬਾਰੀ ਸ਼ੁਰੂ ਹੋ ਗਈ। ਬੜੀ ਗੋਲਾਬਾਰੀ ਚੱਲੀ, ਬੜੀ ਟੈਂਕ ਤੋਪਾਂ ਮਤਲਬ ਲਗਾਤਾਰ ਗੋਲੀ ਚੱਲ ਰਹੀ ਸੀ ਜੀ। 5 ਤਰੀਕ ਦੀ ਸਵੇਰ ਤੋਂ ਸਾਨੂੰ ਕੁਝ ਵੀ ਖਾਣ ਪੀਣ ਨੂੰ ਮਤਲਬ ਨਹੀਂ ਮਿਲਿਆ। ਤੇ ਤੁਹਾਨੂੰ ਯਾਦ ਹੋਣਾ ਕਿ ਬੰਬ ਕੌਣ ਸਿੱਟ ਰਿਹਾ ਸੀ? ਬੰਬ ਉੱਤੋਂ ਮਿਲਟਰੀ ਜੀ, ਫੌਜ ਸਿੱਟ ਰਹੀ ਸੀ ਉੱਤੋਂ ਬੰਬ। ਤੇ ਉਹ ਜਿਹੜਾ ਬੰਦਾ ਮਤਲਬ ਪਾਣੀ ਵੀ ਮੰਗਦਾ ਸੀ ਉਹਦੀ ਵੀ ਕੁੱਟਮਾਰ ਕੀਤੀ ਜਾਂਦੀ ਸੀ। ਉਹਦੀ ਛਾਤੀ ਦੇ ਵਿੱਚ ਬੂਟਾਂ ਸਮੇਤ ਐ ਖੜਿਆਂ ਦੇ ਬਸਤ ਬੈਠੇ ਮਤਲਬ ਲੋਕਾਂ ਦੇ, ਉਹਨਾਂ ਨੇ ਖੜ ਕੇ ਛਾਤੀ ਦੇ ਵਿੱਚ ਬੂਟ ਮਾਰਨੇ। ਮੇਰੀ ਉਮਰ 15 ਸਾਲ ਸੀ, ਭਾਵੇਂ ਹੋਰ ਵੀ ਬੱਚੇ ਵੀ ਸੀ, ਮਤਲਬ ਬੀਬੀਆਂ ਵੀ ਸੀ। ਤੇ ਸਾਡੇ ਨਾਲ ਇਸ ਤਰ੍ਹਾਂ ਦਾ ਕਿਉਂ ਕੀਤਾ ਗਿਆ ਵੀ ਸਾਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ? ਉਹਦੇ ਗਰਮੀ ਪੈਣ ਕਰਕੇ ਮਤਲਬ ਕਿਸੇ ਨੂੰ ਪਾਣੀ ਨਹੀਂ ਮਿਲ ਰਿਹਾ ਸੀ, ਕੋਈ ਪ੍ਰਸਾਦਾ ਤਾਂ ਬੜੀ ਦੂਰ ਦੀ ਗੱਲ ਹੈ। ਅਸੀਂ ਮਤਲਬ ਆਪਣੇ ਕੱਪੜੇ ਮਤਲਬ ਬਣਾਣਾ ਰੱਖ ਲੀਆਂ ਕੱਲੀਆਂ ਜਿਹੜੀ ਜੈਂਟਸ ਲੋਕ ਤੇ 5 ਦੀ ਰਾਤ ਨੂੰ ਅਸੀਂ ਆਪਣੀਆਂ ਜਦੋਂ ਪਿਆਸ ਲੱਗਦੀ ਸੀ ਆਪਣੀਆਂ ਬਣਾਣਾ ਨਿਚੋੜ ਕੇ ਮੂੰਹ ਨੂੰ ਲਾ ਕੇ ਮਤਲਬ ਆਪਣੀ ਜਿਹੜੀ ਪਿਆਸ ਹੈ ਉਹ ਅਸੀਂ ਬੁਝਾਉਂਦੇ ਰਹੇ। ਉਸ ਤੋਂ ਬਾਅਦ ਤੁਹਾਨੂੰ ਸਭ ਨੂੰ ਮਤਲਬ ਜਿੰਨੇ ਵੀ ਉੱਥੇ ਲੋਕ ਸੀਗੇ ਕਿ ਉਹਨਾਂ ਸਾਰਿਆਂ ਨੂੰ ਉੱਥੇ ਸਪੈਸ਼ਲ ਮਾਰਨ ਲਈ ਹੀ ਬੁਲਾਇਆ ਜਾਂਦਾ ਸੀ? ਹਾਂ, ਬਿਲਕੁਲ ਮਾਰਨ ਲਈ ਬੁਲਾਇਆ ਜਾਂਦਾ ਸੀ ਜੀ। ਗੁਰੂ ਰਾਮਦਾਸ ਦੀ ਕਿਰਪਾ ਸੀ, ਉਹਨੇ ਇਦਾਂ ਦੇ ਮਨ ਬਣਾਏ ਤੇ ਮਤਲਬ ਲਾਸ਼ਾਂ ਦੇ ਢੇਰ, ਜਿਵੇਂ ਮੈਂ ਤੁਹਾਨੂੰ ਅੱਗੇ ਦੱਸਦਾ ਵੀ ਜਦੋਂ ਸਾਨੂੰ 70-80 ਬੰਦਿਆਂ ਨੂੰ ਉੱਥੇ ਲੈ ਗਏ, ਸਾਨੂੰ ਵੀ ਉੱਥੇ ਬਿਠਾ ਲਿਆ ਉਸ ਵਿਹੜੇ ਦੇ ਵਿੱਚ ਜੀ, ਕਿਉਂਕਿ ਸੁਬਾਹ ਸੀ ਮਤਲਬ ਮੂੰਹ ਹਨੇਰਾ ਜਿਹਾ ਹੈਗਾ ਸੀ ਤੇ ਉੱਥੇ ਬਿਠਾਇਆ ਜੀ। ਉੱਤੋਂ ਬੰਬ ਸਿੱਟਿਆ ਗਿਆ। ਬੰਬ ਸਿੱਟਣ ਦੇ ਨਾਲ ਸਾਡੇ ਵਿੱਚੋਂ ਤਕਰੀਬਨ ਅੱਧੇ ਬੰਦੇ ਮਾਰੇ ਗਏ ਜੀ, ਉਸ 70-80 ਬੰਦਿਆਂ ਦੇ ਵਿੱਚੋਂ। ਮੈਂ ਬੜੀ ਆਪਣੀ ਛੋਟੀ ਉਮਰ ਦੇ ਵਿੱਚ ਇਹ ਚੀਜ਼ਾਂ ਰੀਅਲ 'ਚ ਆਪਣੀ ਅੱਖੀਂ ਦੇਖੀਆਂ। ਉੱਥੇ ਦਰਬਾਰ ਸਾਹਿਬ ਗੁਰੂ ਰਾਮਦਾਸ ਸਰਾਂ ਦੇ ਵਿਚਕਾਰ ਜਿਹੜਾ ਕਿ ਉਹ ਵਿਹੜਾ ਸੀ ਉਹ ਲਾਸ਼ਾਂ ਦੇ ਨਾਲ ਭਰ ਚੁੱਕਿਆ ਸੀ। ਜਦੋਂ ਮਜ਼ਦੂਰ ਵਿਚਾਰੇ ਜਿਹੜੇ ਬਿਹਾਰੀ ਲੋਕ ਸੀ ਉਹ 15 ਕੁ ਮਿੰਟਾਂ ਦੇ ਵਿੱਚ ਸਾਰੇ ਦੇ ਸਾਰੇ ਢਹਿ ਢੇਰੀ ਕਰ ਦਿੱਤੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ। ਅੱਜ ਦਾ ਇਹ ਪ੍ਰੋਗਰਾਮ ਸਾਡਾ ਉਸ ਗੱਲ ਤੇ ਆਧਾਰਿਤ ਹੈ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਹਾਂ, ਖਾਸ ਕਰਕੇ ਅਸੀਂ ਹਿਸਟਰੀ ਨੂੰ ਪੜ੍ਹਦੇ ਹਾਂ, ਤਾਂ ਉਦੋਂ ਅਸੀਂ ਕਹਿੰਦੇ ਹਾਂ ਕਿ ਸਾਡੇ ਜ਼ਿਹਨ 'ਚ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਉਦੋਂ ਇਸ ਵਕਤ ਕੀ ਹੋਇਆ ਹੋਏਗਾ, ਜਾਂ ਜੇ ਅਸੀਂ ਉਸ ਵੇਲੇ ਹੁੰਦੇ ਤਾਂ ਇਹਨਾਂ ਸਵਾਲਾਂ ਦੇ ਸ਼ਾਇਦ ਸਾਨੂੰ ਜਵਾਬ ਮਿਲ ਜਾਂਦੇ, ਜਾਂ ਇਹਨਾਂ ਸਵਾਲਾਂ ਦੇ ਜਵਾਬ ਅਸੀਂ ਕਿਸ ਕੋਲੋਂ ਮੰਗੀਏ। ਸੋ ਇਸੇ ਹੀ ਸਾਰੇ ਫਲਸਫੇ ਤੇ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਉਹ ਆਧਾਰਿਤ ਹੈ, ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਦੀ। ਅੱਜ ਅਸੀਂ ਗੱਲ ਕਰ ਰਹੇ ਹਾਂ 1984 ਦੇ ਉਸ ਦੁਖਾਂਤ ਦੀ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਹਿਰ ਢਹਿਆ ਸੀ। ਇਤਿਹਾਸ ਦੇਖਿਆ, ਕਿਤਾਬਾਂ ਫਰੋਲੀਆਂ, ਬਹੁਤ ਕੁਝ ਵੱਖੋ ਵੱਖਰਿਆ ਪੜ੍ਹਨ ਨੂੰ ਮਿਲਿਆ। ਕੋਸ਼ਿਸ਼ ਕੀਤੀ ਕਿਉਂ ਨਾ ਉਹਨਾਂ ਲੋਕਾਂ ਨੂੰ ਲੱਭਿਆ ਜਾਵੇ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਵਾਪਰਿਆ ਹੋਵੇਗਾ। ਕਿਉਂ ਨਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਉਦੋਂ ਕੀ ਹੋਇਆ ਸੀ, ਕਿੱਦਾਂ ਦੇ ਹਾਲਾਤ ਸੀ, ਉਹਨਾਂ ਨੇ ਆਪਣੀ ਅੱਖੀਂ ਕੀ ਦੇਖਿਆ। ਉਹ ਸਾਰੀਆਂ ਚੀਜ਼ਾਂ ਜਾਣਨ ਦੇ ਲਈ ਅਸੀਂ ਕੁਝ ਸ਼ਖਸੀਅਤਾਂ ਦੇ ਸੰਪਰਕ ਦੇ ਵਿੱਚ ਆਏ। ਸੋ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਗੁਰਪ੍ਰੀਤ ਸਿੰਘ ਮੱਲੇਵਾਲ ਦੇ ਨਾਲ। ਪਹਿਲਾਂ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਗੁਰਪ੍ਰੀਤ ਜੀ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਤੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਇਨਸਾਨ ਨੇ ਜਿਨ੍ਹਾਂ ਦੀ ਉਮਰ ਉਦੋਂ ਮਹਿਜ਼ 15 ਸਾਲ ਦੀ ਸੀ। 15 ਸਾਲ ਦੀ ਉਮਰ ਦੇ ਵਿੱਚ ਉਹ ਸਾਰਾ ਸਾਕਾ ਇਹਨਾਂ ਨੇ ਆਪਣੀ ਅੱਖੀਂ ਵੇਖਿਆ। ਸੋ ਆਪਾਂ ਫਿਰ ਸ਼ੁਰੂਆਤ ਕਰ ਲਈ ਹੈ ਤੇ ਫਿਰ ਆਪਾਂ ਸਾਰਾ ਕੁਝ ਗੁਰਪ੍ਰੀਤ ਜੀ ਤੁਹਾਡੇ ਤੋਂ ਜਾਣਾਂਗੇ, ਹੈ ਨਾ, ਕਿ ਕਿਵੇਂ ਤੁਸੀਂ ਉੱਥੇ ਗਏ ਤੇ ਕੀ ਉੱਥੇ ਹੋਇਆ। ਠੀਕ ਜੀ। ਸਭ ਤੋਂ ਪਹਿਲਾਂ ਤਾਂ ਗਲੋਬਲ ਪੰਜਾਬ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਡਮ ਜੀ, ਅਸੀਂ 3 ਜੂਨ ਨੂੰ
ਜਥੇਦਾਰ ਨਛੱਤਰ ਸਿੰਘ ਜੀ ਭਲਵਾਨ ਜਿਹੜੇ ਕਿ ਸੰਗਰੂਰ ਜ਼ਿਲ੍ਹੇ ਦੇ ਜਥੇਦਾਰ ਸੀ ਜੀ, ਤੇ ਉਹਨਾਂ ਦੇ ਨਾਲ ਅਸੀਂ ਧੂਰੀ ਰੇਲਵੇ ਸਟੇਸ਼ਨ ਤੋਂ ਤਕਰੀਬਨ 400-500 ਯਾਤਰੂ ਜਿਹੜੇ ਕਿ ਧਰਮ ਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀ ਦੇਣ ਲਈ ਵਿੱਚੇ ਬੀਬੀਆਂ, ਬੱਚੇ ਤੇ ਨੌਜਵਾਨ ਬਜ਼ੁਰਗ ਵੀ ਸਾਡੇ ਜਥੇਦਾਰ ਜੀ ਸ਼ਾਮਲ ਸੀ ਜੀ। ਅਸੀਂ 3 ਜੂਨ ਨੂੰ ਰੇਲਵੇ ਸਟੇਸ਼ਨ ਧੂਰੀ ਤੋਂ ਸਾਰੇ ਇਕੱਤਰ ਹੋ ਕੇ ਅੰਮ੍ਰਿਤਸਰ ਲਈ ਰਵਾਨਾ ਹੋਏ ਜੀ। ਤੇ 3 ਜੂਨ ਨੂੰ ਅਸੀਂ ਤਕਰੀਬਨ 2:30 ਵਜੇ ਦੇ ਕਰੀਬ ਅਸੀਂ ਅੰਮ੍ਰਿਤਸਰ ਪਹੁੰਚ ਗਏ ਸੀ। ਜਦੋਂ ਉੱਥੇ ਜਾ ਕੇ ਦੇਖਿਆ ਉੱਥੇ ਕਰਫਿਊ ਲੱਗਿਆ ਹੋਇਆ ਸੀ ਤੇ ਸਾਨੂੰ ਬਾਹਰ ਹਾਲ ਗੇਟ ਦੇ ਉੱਤੇ ਬਿਠਾ ਦਿੱਤਾ ਗਿਆ ਜੀ। ਤੇ ਉੱਥੋਂ ਤਕਰੀਬਨ ਸ਼ਾਮ ਨੂੰ 4:30-5 ਵਜੇ ਦੇ ਕਰੀਬ ਕਰਫਿਊ ਖੁੱਲਿਆ। ਅਸੀਂ ਸਾਰਾ ਜਥਾ ਸੀ ਜਿਹੜਾ ਉਹ ਦਰਬਾਰ ਸਾਹਿਬ ਵਿਖੇ ਐਂਟਰੀ ਕਰਤੀ ਜੀ। ਤੇ ਉਸੇ ਦੇ ਵਿੱਚ ਕੁਝ ਲੋਕ ਜਿਹੜੇ ਅੰਦਰ ਸੀ, ਜਿਹੜੇ ਬਾਹਰ ਆਉਣਾ ਚਾਹੁੰਦੇ ਸੀ, ਉਹ ਬਾਹਰ ਨਿਕਲ ਗਏ। ਮਤਲਬ ਉੱਥੇ ਇੱਕ ਕੰਡੀਸ਼ਨ ਸੀ ਕਿ ਜਿਹੜੇ ਅੰਦਰ ਆਉਣਾ ਚਾਹੁੰਦੇ ਹੋ ਅੰਦਰ ਆ ਸਕਦੇ ਨੇ ਤੇ ਜਿਹੜੇ ਬਾਹਰ ਜਾਣਾ ਚਾਹੁੰਦੇ ਹੋ ਬਾਹਰ ਜਾ ਸਕਦੇ ਨੇ। ਹਾਂਜੀ ਹਾਂਜੀ, 1 ਘੰਟੇ ਲਈ ਜਿਹੜਾ ਕਰਫਿਊ ਖੁੱਲਿਆ ਸੀ ਜੀ। ਤੇ 1 ਘੰਟੇ ਦੇ ਵਿੱਚ ਜਿਹੜੇ ਜਿਵੇਂ ਅਸੀਂ ਲੋਕ ਸੀ ਉਹ ਸਾਰੇ ਅੰਦਰ ਚਲ ਗਏ, ਕੁਝ ਜਿਹੜੇ ਨੇ ਬਾਹਰ ਆਉਣਾ ਸੀ ਉਹ ਸਮੇਂ ਚੋਂ ਬਾਹਰ ਆ ਗਏ ਜੀ। ਤੇ ਉਸ ਤੋਂ ਬਾਅਦ ਕਰਫਿਊ ਦੇ ਵਿੱਚ ਕੋਈ ਢਿੱਲ ਨਹੀਂ। 3 ਜੂਨ ਨੂੰ ਸ਼ਾਮ ਨੂੰ ਅਸੀਂ ਉੱਥੇ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਜੀ। ਤੇ ਪਹੁੰਚਣ ਤੋਂ ਰਾਤ ਨੂੰ ਦਰਸ਼ਨ ਮੇਲੇ ਕੀਤੇ ਦਰਬਾਰ ਸਾਹਿਬ ਦੇ ਅੰਦਰ, ਇਸ਼ਨਾਨ ਪਾਣੀ ਕੀਤਾ ਜੀ ਤੇ ਆਪਣੇ ਕਮਰੇ ਗੁਰੂ ਰਾਮਦਾਸ ਸਰਾਂ ਦੇ ਵਿੱਚ ਅਸੀਂ ਉਸ ਰਾਤ ਨੂੰ ਸਾਰੇ ਜਥੇ ਨੇ ਜਿਹੜਾ ਵਿਸ਼ਰਾਮ ਕੀਤਾ ਜੀ। ਮਤਲਬ ਤੁਸੀਂ 3 ਤਰੀਕ ਨੂੰ ਉੱਥੇ ਪਹੁੰਚੇ ਤਾਂ ਤੁਹਾਨੂੰ ਉੱਥੋਂ ਦੇ ਹਾਲਾਤ ਦੇਖ ਕੇ ਜਾਂ ਉੱਥੇ ਜਿਹੜੀ ਪੁਲਿਸ ਸੀ ਪਹਿਲਾਂ ਤਾਇਨਾਤ ਸੀ ਜਾਂ ਫਿਰ ਜਿਹੜੀ ਆਰਮੀ ਲੱਗੀ ਸੀ ਉਹ ਉਸ ਵਕਤ ਉੱਥੇ ਸੀ? ਹਾਂ ਬਿਲਕੁਲ ਸੀ ਜੀ। ਜਦੋਂ ਬਾਹਰ ਅਸੀਂ ਐਂਟਰੀ ਕੀਤੀ ਹੈ, ਬਾਹਰ ਪੁਲਿਸ ਵੀ ਸੀ, ਆਰਮੀ ਵੀ ਲੱਗ ਚੁੱਕੀ ਸੀ ਉਸ ਦਿਨ ਰਾਤ ਨੂੰ। ਤੇ ਅਸੀਂ 3 ਉੱਥੇ ਚੱਲ ਗਏ ਜੀ। ਰਾਤ 3 ਦੀ ਰਾਤ ਨੂੰ ਅਸੀਂ ਉੱਥੇ ਪਹੁੰਚੇ ਹਾਂ ਜੀ। ਤੇ 3 ਦੀ ਰਾਤ ਨੂੰ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਦਰਸ਼ਨ ਮੇਲੇ ਕਰਕੇ ਅਸੀਂ ਰਾਤ ਨੂੰ ਜਿਹੜਾ ਵਿਸ਼ਰਾਮ ਹੈ ਸਾਰੇ ਜਥੇ ਨੇ ਗੁਰੂ ਰਾਮਦਾਸ ਸਰਾਂ ਦੇ ਵਿੱਚ ਕੀਤਾ ਜੀ। 4 ਤਰੀਕ ਨੂੰ ਸਵੇਰ ਹੀ, ਕਿਉਂਕਿ ਉਦੋਂ ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ ਤੇ ਤਕਰੀਬਨ ਸੰਗਤਾਂ ਜਿਵੇਂ ਸਿੱਖ ਮੱਤ ਦੇ ਵਿੱਚ ਆਪਣੇ ਅੰਮ੍ਰਿਤ ਵੇਲੇ ਜਾਗਣਾ, ਸਾਰੇ ਦਰਸ਼ਨ ਮੇਲੇ ਕਰਨ ਲਈ ਇਸ਼ਨਾਨ ਕਰਦੇ ਸਰੋਵਰ ਦੇ ਉੱਤੇ ਮੇਰੇ ਕਹਿਣ ਤੋਂ ਭਾਵ ਬਹੁਤ ਇਕੱਠ ਸੀ ਜੀ। ਤੇ ਉਹ ਤੋਂ ਤਕਰੀਬਨ 4 ਦੀ ਸਵੇਰੇ ਹੀ ਪਹਿਲਾ ਬੰਬ ਬਲਾਸਟ ਹੋਇਆ। ਅਸੀਂ ਤਾਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਸੀ ਪਏ ਸੀ ਜੀ, ਪਰ ਬੰਬ ਬਲਾਸਟ ਹੈ ਜਿਹੜਾ 4 ਤਰੀਕ ਨੂੰ ਸਵੇਰੇ ਹੀ ਪਹਿਲਾ ਬੰਬ ਬਲਾਸਟ ਸਰੋਵਰ ਦੇ ਉੱਤੇ ਕੀਤਾ ਗਿਆ ਜੀ। ਤਾਂ ਉਹਨਾਂ ਦੀ ਕੀ ਤਮੰਨਾ ਸੀ ਇਹ ਉਹ ਜਾਣਦੇ ਨੇ ਵੀ ਜਾਂ ਤਾਂ ਉੱਥੇ ਸੰਗਤ ਇਕੱਠੀ ਹੈ। ਤੇ ਉਸ ਤੋਂ ਬਾਅਦ ਫਿਰ ਲਗਾਤਾਰ ਹੈ ਜਿਹੜੀ ਹਫੜਾ ਦਫੜੀ ਮਚ ਗਈ ਹੋਣੀ, ਗੋਲੀਬਾਰੀ ਸ਼ੁਰੂ ਹੋ ਗਈ ਜੀ। ਅੰਦਰੋਂ ਵੀ ਜਵਾਬ, ਬਾਹਰੋਂ ਵੀ ਗੋਲੀਬਾਰੀ ਹੈ ਜਿਹੜੀ ਉਹ 4 ਤਰੀਕ ਨੂੰ ਸਵੇਰੇ ਤਕਰੀਬਨ 4 ਵਜੇ ਚੱਲ ਪਈ ਸੀ ਜੀ। ਮਤਲਬ ਇਹ ਹੈ ਕਿ ਜਦੋਂ ਤੁਸੀਂ 3 ਤਰੀਕ ਦੀ ਰਾਤ ਨੂੰ ਉੱਥੇ ਸੀ ਤਾਂ ਉਦੋਂ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਵੀ ਸੀ ਤੇ ਉੱਥੇ ਆਰਮੀ ਵੀ ਲੱਗੀ ਹੋਈ ਸੀ। ਹਾਲਾਤ ਉੱਥੋਂ ਦੇ ਵੇਖਣ ਵਾਲੇ ਹੋਣਗੇ ਨਾ, ਇੱਕ ਸਹਿਮ ਦਾ ਮਾਹੌਲ ਹੋਣਾ ਵੀ ਇੱਥੇ ਕਿਸੇ ਵਕਤ ਕੁਝ ਵੀ ਹੋ ਸਕਦਾ। ਕਿ ਤੁਸੀਂ ਤੁਹਾਡੀ ਉਮਰ 15 ਸਾਲ ਦੀ ਸੀ, ਮਤਲਬ ਬੱਚੇ ਸੀ ਉਸ ਟਾਈਮ ਤੇ, ਉਦੋਂ ਕੋ ਸਰਫੁਸਰ ਕੋਈ ਗੱਲਾਂ ਸੁਣਦੇ ਹੋਵੋਗੇ ਜਾਂ ਉਹਨਾਂ ਗੱਲਾਂ ਤੇ ਤੁਹਾਡੇ ਤੇ ਕੀ ਪ੍ਰਭਾਵ ਹੋਇਆ ਹੋਊਗਾ? ਕੀ ਕੁਝ ਸੁਣਦੇ ਸੀ ਤੁਸੀਂ ਵੱਡਿਆਂ ਤੋਂ ਉਸ ਸਮੇਂ? ਨਹੀਂ ਮੈਡਮ ਜੀ, ਉੱਥੇ ਕੋਈ ਮਤਲਬ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ। ਸਾਨੂੰ ਤਾਂ ਖੁਸ਼ੀ ਸੀ ਇੱਕ ਕਿਸਮ ਦੀ ਵੀ ਅਸੀਂ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਨ ਆਏ ਆ ਤੇ ਨਾਲੇ ਧਰਮ ਯੁੱਧ ਮੋਰਚੇ ਦੇ ਵਿੱਚ ਆਪਣੇ ਦੇ ਵਿੱਚ ਅਸੀਂ ਗ੍ਰਿਫਤਾਰੀ ਦੇਣ ਲਈਆਂ, ਪੰਥ ਦੇ ਲਈ ਮਤਲਬ ਅਸੀਂ ਸੇਵਾ ਕਰਨ ਲਈ ਆਏ ਆ ਜੀ। ਤੇ ਹਫੜਾ ਦਫੜੀ ਵਾਲਾ ਮਾਹੌਲ ਨਹੀਂ ਸੀ ਉੱਥੇ ਇਸ ਤਰ੍ਹਾਂ ਦੀ ਵੀ, ਮਤਲਬ ਜਿਵੇਂ ਉੱਥੇ ਲੋਕ ਸੀ ਸਿੰਘ ਤੇ ਅੰਦਰ ਉਹ ਇਹ ਕਹਿ ਰਹੇ ਸੀ ਉਧਰਲੀ ਭਾਸ਼ਾ 'ਚ ਵੀ ਤੇ ਦੁਸ਼ਟਾਂ ਨੇ ਫੌਜ ਲਾ ਛੱਡੀ ਹੈ ਤੇ ਤੁਸੀਂ ਕਾਕਾ ਅੰਦਰੋਂ ਨਹੀਂ ਨਿਕਲਣਾ ਬੇਟਾ। ਬੱਚੇ ਤੇ ਛੋਟੇ ਸੀ ਜਾਂ ਹੋਰ ਸੰਗਤਾਂ ਨੂੰ ਵੀ ਕਹਿ ਰਹੇ ਸੀ, ਬੀਬੀਆਂ ਨੂੰ ਕਹਿ ਰਹੇ ਸੀ ਵੀ ਤੁਸੀਂ ਅੰਦਰ ਰਹਿਣਾ ਤੇ ਕਿਸੇ ਟਾਈਮ ਵੀ ਇੱਥੇ ਜਿਹੜੇ ਦੁਸ਼ਟ ਹੈ ਫੌਜ ਹੈ ਉਸ ਸਮੇਂ ਦੀ ਸਰਕਾਰ ਵੱਲੋਂ ਅਟੈਕ ਕੀਤਾ ਜਾਊਗਾ ਤੇ ਤੁਸੀਂ ਅੰਦਰ ਰਹਿਣਾ ਜੀ। ਤੇ ਤੁਹਾਡੇ ਜਥੇ ਦੇ ਵਿੱਚ ਬੀਬੀਆਂ ਵੀ ਹੋਣਗੀਆਂ, ਹੋਰ ਬੱਚੇ ਵੀ ਹੋਣਗੇ? ਹਾਂਜੀ ਹਾਂ, ਬੱਚੇ ਨਹੀਂ ਸੀ। ਮੇਰੇ ਖਿਆਲ ਮੁਤਾਬਕ ਵੀ ਮੈਂ ਉਹ ਜਥੇ ਦੇ ਵਿੱਚੋਂ ਸਾਰਿਆਂ ਨੂੰ ਘੱਟ ਉਮਰ ਦਾ ਮੈਂ ਸੀ ਤੇ ਬੀਬੀਆਂ ਸੀਗੀਆਂ, ਸਾਡੇ ਰਿਲੇਟਿਵ ਸੀ, ਮੇਰੇ ਨਾਨੀ ਜੀ ਤੇ ਮਾਸੀ ਜੀ ਤੇ 2 ਹੋਰ ਬਹੁਤ ਸਾਰੇ ਮਤਲਬ ਇਲਾਕੇ ਦੀਆਂ, ਖਾਸ ਕਰਕੇ ਧੂਰੀ ਇਲਾਕੇ ਦੇ ਲੋਕ ਸੀ ਜੀ। ਇਹ ਧੂਰੀ ਦੇ ਆਲੇ ਦੁਆਲੇ ਪਿੰਡ ਸੀ ਜਿਹੜੇ, ਉਹਨਾਂ ਲੋਕਾਂ ਦੇ ਇਹ ਲੋਕ ਸੀ ਜ਼ਿਆਦਾ ਜਿਹੜੇ ਸਾਡੇ ਜਥੇ ਵਿੱਚ ਸੀ ਜੀ। ਤੇ ਮਤਲਬ ਸਵੇਰ ਦੇ ਸਮੇਂ ਇਸ਼ਨਾਨ ਕਰ ਰਹੇ ਸੀ, ਉੱਥੇ ਬਲਾਸਟ ਹੋਇਆ, ਫਿਰ ਉਸ ਤੋਂ ਬਾਅਦ ਕੀ ਹੋਇਆ? ਉਹ ਤੋਂ ਬੰਬ ਬਲਾਸਟ ਹੋਇਆ ਜੀ। ਉਸ ਤੋਂ ਬਾਅਦ ਗੋਲੀ ਚੱਲਣੀ ਸ਼ੁਰੂ ਹੋ ਗਈ। 4 ਤਰੀਕ ਨੂੰ ਗੋਲੀ ਚੱਲਦੀ ਰਹੀ, ਸਾਰੀ ਮਤਲਬ ਦਿਹਾੜੀ ਗੋਲੀ ਚੱਲਦੀ ਰਹੀ ਜੀ। ਉਸ ਦਿਨ ਸਾਨੂੰ ਲੰਗਰ ਪਾਣੀ ਮਿਲਿਆ 4 ਤਰੀਕ ਨੂੰ। 4 ਤੋਂ ਬਾਅਦ ਫਿਰ 5 ਨੂੰ ਗੋਲੀਬਾਰੀ 'ਚ ਵਾਧਾ ਹੋ ਗਿਆ। ਗੋਲੀਬਾਰੀ 'ਚ ਵਾਧਾ ਹੋਣ ਕਰਕੇ ਤੇ 5 ਨੂੰ ਸਾਨੂੰ ਸ਼ਾਮ ਨੂੰ ਉੱਥੋਂ ਕੱਢ ਕੇ ਜੀ ਤੇਜਾ ਸਿੰਘ ਸਮੁੰਦਰੀ ਹਾਲ 'ਚ ਲੈ ਗਏ। ਉੱਥੋਂ ਦੇ ਆਪਣੇ ਜਿਹੜੇ ਪ੍ਰਬੰਧਕ ਸੀ ਕਹਿ ਦਈਏ ਮੋਰਚੇ ਦੇ, ਜਾਂ ਜਿਹੜੇ ਸਾਡੇ ਜਥੇਦਾਰ ਸੀ ਸਿਆਣੇ ਜੀ, ਤੇ ਕਿਉਂਕਿ ਉਹਨਾਂ ਨੂੰ ਕੋਈ ਮਹਿਸੂਸ ਹੋਇਆ ਹੋਣਾ ਵੀ ਇਸ ਤਰ੍ਹਾਂ ਕੋਈ ਜ਼ਿਆਦਾ ਨੁਕਸਾਨ ਹੋਣ ਦਾ ਡਰ ਹੈ। ਤੇ ਸਾਨੂੰ 5 ਤਰੀਕ ਮਤਲਬ 4 ਤਰੀਕ ਦੀ 5 ਤਰੀਕ ਦੀ ਸ਼ਾਮ ਨੂੰ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਲੈ ਗਏ ਜਿੱਥੇ ਸਾਰੇ ਲੀਡਰ ਸੀ, ਕਿਉਂਕਿ ਮੈਂ ਤਾਂ ਬੱਚਾ ਹੋਣ ਕਰਕੇ ਇੰਨੀ ਕੋਈ ਮੇਰੀ ਜਾਣ ਪਹਿਚਾਣ ਨਹੀਂ ਸੀ। ਫਿਰ 5 ਤਰੀਕ ਦੀ ਰਾਤ ਨੂੰ ਨਾ ਮਤਲਬ ਬੜੀ ਘਸਮਾਨ ਦਾ, ਜਿਵੇਂ ਆਪਾਂ ਕਹਿ ਦਈਏ ਇੱਕ ਤਰ੍ਹਾਂ ਦਾ ਘਸਮਾਨ ਦਾ ਯੁੱਧ ਹੋਇਆ। ਬੜੀ ਗੋਲਾਬਾਰੀ ਚੱਲੀ, ਬੜੀ
ਟੈਂਕ ਤੋਪਾਂ ਮਤਲਬ ਲਗਾਤਾਰ ਗੋਲੀ ਚੱਲ ਰਹੀ ਸੀ ਜੀ। 5 ਤਰੀਕ ਦੀ ਸਵੇਰ ਤੋਂ ਸਾਨੂੰ ਕੁਝ ਵੀ ਖਾਣ ਪੀਣ ਨੂੰ ਮਤਲਬ ਨਹੀਂ ਮਿਲਿਆ ਜੀ 5 ਤਰੀਕ ਨੂੰ। ਤੇ 5 ਦੀ ਰਾਤ ਆ ਗਈ, ਅਸੀਂ ਤੇਜਾ ਸਿੰਘ ਸਮੁੰਦਰੀ ਹਾਲਤ ਸੀ, ਮਤਲਬ ਬੜੀ ਕੜਾਕੇ ਦੀ ਗਰਮੀ ਸੀ, ਬਹੁਤ ਗਰਮੀ ਸੀ, ਜੂਨ ਦਾ ਮਹੀਨਾ ਸੀ ਜੀ। ਉਹਦੇ ਗਰਮੀ ਪੈਣ ਕਰਕੇ ਮਤਲਬ ਕਿਸੇ ਨੂੰ ਪਾਣੀ ਨਹੀਂ ਮਿਲ ਰਿਹਾ ਸੀ, ਕੋਈ ਪ੍ਰਸਾਦਾ ਤਾਂ ਬੜੀ ਦੂਰ ਦੀ ਗੱਲ ਹੈ। ਅਸੀਂ ਮਤਲਬ ਆਪਣੇ ਕੱਪੜੇ ਮਤਲਬ ਬਣਾਣਾ ਰੱਖ ਲੀਆਂ ਕੱਲੀਆਂ ਜਿਹੜੀ ਜੈਂਟਸ ਲੋਕ ਤੇ 5 ਦੀ ਰਾਤ ਨੂੰ ਅਸੀਂ ਆਪਣੀਆਂ ਜਦੋਂ ਪਿਆਸ ਲੱਗਦੀ ਸੀ ਆਪਣੀਆਂ ਬਣਾਣਾ ਨਿਚੋੜ ਕੇ ਮੂੰਹ ਨੂੰ ਲਾ ਕੇ ਮਤਲਬ ਆਪਣੀ ਜਿਹੜੀ ਪਿਆਸ ਹੈ ਉਹ ਅਸੀਂ ਬੁਝਾਉਂਦੇ ਰਹੇ। ਮਤਲਬ 5 ਦੀ ਰਾਤ ਨੂੰ ਤੁਸੀਂ ਇਹ ਢੰਗ ਅਪਣਾਇਆ ਕਿ ਪਾਣੀ ਸਾਨੂੰ ਕਿਤੋਂ ਨਹੀਂ ਮਿਲ ਰਿਹਾ ਪੀਣ ਦੇ ਲਈ, ਕਿ ਆਪਣਾ ਹੀ ਪਸੀਨਾ ਨਿਚੋੜ ਕੇ ਉਦੋਂ ਤੁਸੀਂ ਪੀਤਾ। ਉਹਦੇ ਨਾਲ ਅਸੀਂ ਪਿਆਸ ਬੁਝਾਉਂਦੇ ਰਹੇ ਜੀ। 5 ਦੀ ਰਾਤ ਲੰਘੀ, 5 ਨੂੰ ਸਾਨੂੰ ਸਵੇਰੇ ਹੀ ਤਕਰੀਬਨ 4 ਵਜੇ ਦੇ ਕਰੀਬ ਬਾਹਰੋਂ ਸਾਨੂੰ ਕੋਈ ਬੁਲਾਉਣ ਆਇਆ, ਕਿਉਂਕਿ ਗੋਲੀ ਚੱਲ ਰਹੀ ਸੀ। ਬੁਲਾਉਣ ਆਇਆ ਵੀ ਭਾਈ ਬਾਹਰ ਨਿਕਲ ਆਓ। ਅਸੀਂ ਸਾਡੇ ਉਹਦੇ ਜਥੇ ਦੇ ਵਿੱਚੋਂ ਜਿੰਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੈਠੇ ਸੀ, ਕਿੰਨੇ ਕੁ ਲੋਕ ਬੈਠੇ ਸੀ ਉਦੋਂ ਤੁਹਾਨੂੰ ਯਾਦ ਹੋਵੇ? ਅੰਦਾਜ਼ਨ 200 ਬੰਦਾ ਹੋ ਜੀ, ਵਿੱਚ ਬੀਬੀਆਂ, ਵਿੱਚ ਬਜ਼ੁਰਗ, ਨੌਜਵਾਨ, ਸਾਰੇ 200 ਬੰਦਾ ਸੀ। ਅਸੀਂ ਉਹਦੇ ਵਿੱਚੋਂ ਮਤਲਬ ਸਾਡੇ ਜੋ 70-80 ਕੁ ਬੰਦੇ ਜਿਹੜੇ ਉੱਥੋਂ ਕੱਢ ਕੇ ਉਹ ਗੁਰੂ ਰਾਮਦਾਸ ਸਰਾਂ ਦੇ ਵਿੱਚ ਲੈ ਗਏ ਜੀ। ਗੁਰੂ ਰਾਮਦਾਸ ਸਰਾਂ ਦੇ ਵਿੱਚ ਲਿਜਾ ਕੇ ਉੱਥੇ ਹੁਣ ਤੋਂ ਬਰਾਬਰ ਹੋ ਗਿਆ ਬਰਾਂਡਾ। ਉਦੋਂ ਮੈਨੂੰ ਚੇਤੇ ਆ ਵੀ ਵਿਚਕਾਰ ਇੱਕ ਇਸ਼ਨਾਨ ਘਰ ਬਣਿਆ ਹੋਇਆ ਸੀ ਜੀ, ਤੇ ਵਿਹੜਾ ਸੀ ਜਿਹਨੂੰ ਆਪਾਂ ਇੱਧਰਲੀ ਭਾਸ਼ਾ 'ਚ ਵਿਹੜਾ ਕਹਿ ਦਿੰਦੇ ਆ, ਉਹਦੇ ਵਿੱਚ ਬਿਠਾ ਲਏ ਜੀ। ਉਹ ਸਾਰੇ ਦੇ ਸਾਰੇ ਉੱਥੇ ਮਤਲਬ ਗੋਲੀਆਂ ਮਾਰ ਕੇ ਬੰਬ ਸੁੱਟ ਕੇ ਸਾਰੇ ਮਾਰ ਦਿੱਤੇ ਗਏ ਜੀ। ਤੇ ਤੁਹਾਨੂੰ ਯਾਦ ਹੋਣਾ ਕਿ ਬੰਬ ਕੌਣ ਸਿੱਟ ਰਿਹਾ ਸੀ? ਬੰਬ ਉੱਤੋਂ ਮਿਲਟਰੀ ਜੀ, ਫੌਜ ਸਿੱਟ ਰਹੀ ਸੀ ਉੱਤੋਂ ਬੰਬ। ਤੇ ਜਿਹੜਾ ਦੂਜਾ ਗਰੁੱਪ ਸੀ, ਦੂਜੇ ਗਰੁੱਪ 'ਚ ਅਸੀਂ ਆ ਗਏ। ਦੂਜੇ ਗਰੁੱਪ 'ਚ ਸਾਨੂੰ 70-80 ਬੰਦਿਆਂ ਨੂੰ ਸਾਨੂੰ ਵੀ ਲਿਜਾ ਕੇ ਉੱਥੇ ਉਸ ਵਿਹੜੇ ਦੇ ਵਿੱਚ ਬਿਠਾਇਆ ਗਿਆ। ਮਤਲਬ ਜਿਹੜਾ ਪਹਿਲਾ ਗਰੁੱਪ ਲੈ ਕੇ ਗਏ ਉਹ ਵੀ ਤੁਹਾਡੇ ਵਿੱਚੋਂ ਹੀ ਸੀਗਾ? ਹਾਂਜੀ ਹਾਂ, ਉਹ ਵੀ ਜਥੇ ਵਾਲੇ ਸੀ ਜੀ। ਉੱਥੇ ਸਾਰੇ ਗੋਲੀਆਂ ਦੀ ਆਵਾਜ਼, ਉਹ ਬੰਬ ਦਾ ਧਮਾਕਾ ਉਹ ਤੁਹਾਨੂੰ ਸੁਣਦਾ ਹੋਊਗਾ ਅੰਦਰ ਵੀ ਕੀ ਹੋ ਰਿਹਾ? ਬਹੁਤ ਗੋਲੀ ਚੱਲ ਰਹੀ ਸੀ ਜੀ। ਕੀ ਤੁਹਾਡੇ ਬੱਚੇ ਹੁੰਦੇ ਨਾਤੇ ਤੁਹਾਡੇ ਮਨ ਦੇ ਵਿੱਚ ਡਰ ਨਹੀਂ ਸੀ, ਸਹਿਮ ਨਹੀਂ ਸੀਗਾ ਕਿ ਜਿਵੇਂ ਹੁਣ ਪਹਿਲਿਆਂ ਨੂੰ ਮਾਰ ਦਿੱਤਾ ਗਿਆ ਸਾਨੂੰ ਵੀ ਇੱਦਾਂ ਮਾਰ ਦਿੱਤਾ ਜਾਏਗਾ? ਉਦੋਂ ਮਤਲਬ ਕਿਵੇਂ ਦਾ ਸੀ ਜਦੋਂ ਆਪਾਂ ਇੱਕ ਬੱਚੇ ਨੂੰ ਲੈ ਕੇ ਇੱਥੇ ਚੱਲੀਏ, ਹੈ ਨਾ, ਕਿ ਇੱਕ ਬੱਚੇ ਦਾ ਮਨ ਉਦੋਂ ਕਿਵੇਂ ਦਾ ਸੀਗਾ? ਕੀ ਸੋਚ ਰਿਹਾ ਸੀ ਬੱਚਾ ਆਪਣੇ ਮਨ 'ਚ? ਮੈਡਮ ਜੀ ਦੇਖੋ, ਪਰਮੇਸ਼ਰ ਦੀ ਉਹ ਖੇਡ ਸੀ। ਆਪਣੇ ਪਿੰਡ ਦੇ ਵਿੱਚ ਮਤਲਬ ਇੱਕ ਕੋਈ ਮੌਤ ਹੋ ਜਾਵੇ, ਇੱਕ 14-15 ਸਾਲ ਦੇ ਬੱਚੇ ਦੇ ਮਨ 'ਚ ਵੈਸੇ ਹੀ ਸਹਿਮ ਰਹਿੰਦਾ ਵੀ ਸਾਡੇ ਪਿੰਡ 'ਚ ਇੱਕ ਮੌਤ ਹੋ ਗਈ। ਪਰੰਤੂ ਉੱਥੇ ਗੁਰੂ ਰਾਮਦਾਸ ਦੀ ਕਿਰਪਾ ਸੀ, ਉਹਨੇ ਇਦਾਂ ਦੇ ਮਨ ਬਣਾਏ ਤੇ ਮਤਲਬ ਲਾਸ਼ਾਂ ਦੇ ਢੇਰ, ਜਿਵੇਂ ਮੈਂ ਤੁਹਾਨੂੰ ਅੱਗੇ ਦੱਸਦਾ ਵੀ ਜਦੋਂ ਸਾਨੂੰ 70-80 ਬੰਦਿਆਂ ਨੂੰ ਉੱਥੇ ਲੈ ਗਏ, ਸਾਨੂੰ ਵੀ ਉੱਥੇ ਬਿਠਾ ਲਿਆ ਉਸ ਵਿਹੜੇ ਦੇ ਵਿੱਚ ਜੀ। ਕਿਉਂਕਿ ਸੁਬਾਹ ਸੀ ਮਤਲਬ ਮੂੰਹ ਹਨੇਰਾ ਜਿਹਾ ਹੈਗਾ ਸੀ, ਤੇ ਉੱਥੇ ਬਿਠਾਇਆ ਜੀ। ਉੱਤੋਂ ਬੰਬ ਸਿੱਟਿਆ ਗਿਆ। ਬੰਬ ਸਿੱਟਣ ਦੇ ਨਾਲ ਸਾਡੇ ਵਿੱਚੋਂ ਤਕਰੀਬਨ ਅੱਧੇ ਬੰਦੇ ਮਾਰੇ ਗਏ ਜੀ, ਉਸ 70-80 ਬੰਦਿਆਂ ਦੇ ਵਿੱਚੋਂ। ਉਹ ਮਾਰਦੇ ਅਸੀਂ ਥੋੜੇ ਜਿਹੇ ਬੰਦੇ ਉਹਦੇ ਵਿੱਚੋਂ ਜਿਹੜੇ ਬਚੇ, ਜਿਵੇਂ ਮੈਂ ਆਪਣੀ ਗੱਲ ਕਰਾਂ, ਪਿੱਛੇ ਰਜਾਈਆਂ ਦਾ ਬੜਾ ਵੱਡਾ ਢੇਰ ਲੱਗਿਆ ਹੋਇਆ ਸੀ। ਮੈਂ ਕੋਸ਼ਿਸ਼ ਕੀਤੀ, ਚਲੋ ਬੰਦਾ ਜਾਨ ਬਚਾਉਂਦਾ ਆਪਣੀ। ਮੈਂ ਉਹ ਰਜਾਈਆਂ ਦੇ ਢੇਰ ਦੇ ਵਿੱਚ ਵੜਿਆ, ਜਦੋਂ ਦੇਖਿਆ ਰਜਾਈਆਂ ਨੂੰ ਵੀ ਅੱਗ ਲੱਗੀ ਹੋਈ, ਤੇ ਮੈਂ ਉੱਥੋਂ ਨਿਕਲ ਕੇ ਬਰਾਂਡੇ ਦੇ ਵਿੱਚ ਬਹਿ ਗਿਆ ਜੀ। ਮੇਰੇ ਉੱਤੇ 2-4 ਬੰਦੇ ਹੋਰ ਡਿੱਗ ਪਏ। ਉਸ ਪਾਸੇ ਮਿਲਟਰੀ ਬੈਠੀ ਫਾਇਰ ਕਰ ਰਹੀ ਸੀ। ਉੱਥੋਂ ਜਿਹੜੇ ਬੰਦੇ ਬਚ ਕੇ ਦੂਜੇ ਪਾਸੇ ਨੂੰ ਭੱਜਦੇ ਸੀ ਜੀ, ਉਹਨਾਂ ਦੀ ਗੋਲੀ ਮਾਰ ਦਿੱਤੀ ਜਾਂਦੀ ਸੀ। ਮਤਲਬ ਸਾਨੂੰ ਫੇਰ ਇੱਕ ਵਾਰੀ ਫੇਰ ਬਿਠਾਇਆ ਦੁਬਾਰੇ। ਮਤਲਬ ਅਨਾਉਂਸਮੈਂਟ ਕੀਤੀ ਜਾਂਦੀ ਸੀ ਕਿ ਤੁਸੀਂ ਫਲਾਨੀ ਜਗ੍ਹਾ ਤੇ ਸਾਰੇ ਬੰਦੇ ਇਕੱਠੇ ਹੋ ਜਾਓ। ਉਸ ਤੋਂ ਬਾਅਦ ਤੁਹਾਨੂੰ ਸਭ ਨੂੰ ਮਤਲਬ ਜਿੰਨੇ ਵੀ ਉੱਥੇ ਲੋਕ ਸੀਗੇ ਕਿ ਉਹਨਾਂ ਸਾਰਿਆਂ ਨੂੰ ਉੱਥੇ ਸਪੈਸ਼ਲ ਮਾਰਨ ਲਈ ਹੀ ਬੁਲਾਇਆ ਜਾਂਦਾ ਸੀ? ਬਿਲਕੁਲ ਮਾਰਨ ਲਈ ਬੁਲਾਇਆ ਜਾਂਦਾ ਸੀ ਜੀ। ਉਹ ਮਤਲਬ ਜਦ ਸਾਨੂੰ ਦੁਬਾਰੇ ਬਿਠਾਇਆ, ਫਿਰ ਸਾਡੇ ਮਨ ਦੇ ਵਿੱਚ ਇੱਕ ਮਤਲਬ ਗੱਲ ਆ ਗਈ ਸੀ ਵੀ ਬਸ ਹੁਣ ਇਹ ਲਾਸਟ ਸਵਾਸ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਹੁਣ ਸਾਡੀ ਜਿਹੜੀ ਜੀਵਨ ਇੱਥੇ ਪ੍ਰਵਾਨ ਕਰ ਲਈ ਜੀ। ਤੇ ਤੁਹਾਡੇ ਜਥੇ ਦੇ ਵਿੱਚ ਤੁਹਾਡੇ ਜਿਹੜੇ ਨਾਲ ਫੈਮਿਲੀ ਮੈਂਬਰ ਗਏ ਸੀ, ਜਿਹੜੇ ਤੁਸੀਂ 70 ਬੰਦਿਆਂ ਦੀ ਗੱਲ ਕੀਤੀ ਆ ਕਿ 70 ਬੰਦਿਆਂ ਨੂੰ ਉੱਥੇ ਬੁਲਾਇਆ ਗਿਆ, ਤੁਹਾਡੇ ਤੇ ਬੰਬ ਸਿੱਟਿਆ ਗਿਆ, ਲੋਕਾਂ 'ਚ ਭੱਜਦੜ ਵੀ ਮੱਚੀ, ਉਹਨਾਂ ਤੇ ਗੋਲੀਆਂ ਵੀ ਚੱਲੀਆਂ। ਕਿ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਸੀ ਉਹਨਾਂ 'ਚ ਜਿਸ ਦੀ ਮੌਤ ਹੋਈ? ਸਾਡੇ ਪਰਿਵਾਰ 'ਚੋਂ ਮੇਰੇ ਨਾਨਾ ਜੀ ਸੀ ਜੀ, ਜਥੇਦਾਰ ਮਹਿੰਦਰ ਸਿੰਘ ਕਾਹਲੀ, ਮੇਰੇ ਨਾਨੀ ਜੀ ਸੀ, 2 ਮੇਰੇ ਮਾਸੀ ਜੀ ਤੇ ਮਾਮਾ ਜੀ। ਅਸੀਂ ਜਾਨੀ ਕੁੱਲ ਮਿਲਾ ਕੇ ਸਰੀਕੇ 'ਚੋਂ ਭਾਈਚਾਰਕ ਤੌਰ ਤੇ ਜੇ ਕਹਿ ਦਈਏ ਅਸੀਂ 12-13 ਜੀ ਸੀ ਜੀ। ਤੇ ਉੱਥੇ ਕਿਸੇ ਨੂੰ ਕੋਈ ਜਾਨੀ ਨੁਕਸਾਨ? ਅਸੀਂ ਸਾਰੇ ਠੀਕ ਠਾਕ ਰਹੇ, ਪਰੰਤੂ ਮੇਰੇ ਮਾਸੀ ਜੀ ਤੇ ਇੱਕ ਉਹਨਾਂ ਦੇ ਮਤਲਬ ਗੋਡੇ ਤੇ ਜਦ ਸਾਨੂੰ ਵਿਚਕਾਰ ਬਿਠਾਇਆ, ਉਹਨਾਂ ਦੇ ਬੰਬ ਲੱਗਿਆ। ਉਹਦੇ ਨਾਲ ਉਹ ਫੱਟੜ ਰਹੇ, ਲਾਸ਼ਾਂ ਦੇ ਵਿੱਚ ਹੀ ਪਏ ਰਹੇ ਦਿਨ ਨੂੰ 11 ਵਜੇ ਤੱਕ। ਫਿਰ ਅਸੀਂ ਕਿਤੇ ਸਾਡੇ ਨਾਨਾ ਜੀ ਹੋਰਾਂ ਨੇ ਕਰਕੇ ਮਿੰਤਦਾਰੀ ਕੀਤੀ, ਉਹਨਾਂ ਨੂੰ ਉਹਦੇ ਵਿੱਚੋਂ ਚੱਕ ਕੇ ਅਸੀਂ ਬਰਾਂਡੇ 'ਚ ਪਾਇਆ, ਪੱਗਾਂ ਪੁੱਗਾਂ ਬੰਨੀਆਂ ਜੀ। ਫਿਰ ਮੈਂ ਤੁਹਾਨੂੰ ਦੱਸਦਾ ਵੀ ਉਸ ਦਿਨ ਕੁਦਰਤ ਵੱਲੋਂ ਪਰਮੇਸ਼ਰ ਦੀ ਖੇਡ ਸੀ ਜੀ। ਸਵੇਰੇ ਮੀਂਹ ਪੈ ਗਿਆ, ਥੋੜਾ ਜਿਹਾ ਮੀਂਹ ਪਿਆ। ਉਹ ਮੀਂਹ ਪੈਣ ਨਾਲ ਜਿਹੜਾ ਵਿਹੜਾ ਸੀ, ਕਿਉਂਕਿ ਡੈੱਡ ਬੋਡੀ ਬਹੁਤ ਲਾਸ਼ਾਂ ਪਈਆਂ ਸੀ ਜੀ, ਉਹਨਾਂ ਦੇ ਵਿੱਚ ਪਾਣੀ ਖਲੋ ਗਿਆ। ਲਾਸ਼ਾਂ ਦੇ ਵਿੱਚ ਪਾਣੀ ਖਲੋ ਗਿਆ, ਪਾਣੀ ਬਾਹਰ ਨਿਕਲਦਾ ਕੋਈ ਰਸਤਾ ਨਾ ਰਿਹਾ।
ਅਸੀਂ ਉਸ ਦਿਨ ਉੱਥੇ ਸ਼ਾਮ ਨੂੰ 4 ਵਜੇ ਤੱਕ ਰਹੇ ਹਾਂ। ਅਸੀਂ ਉਹੀ ਪਾਣੀ ਹੈ ਜਿਹੜਾ ਪੁਣ ਕੇ ਪੱਗਾਂ ਦੇ ਨਾਲ ਅਸੀਂ ਪੀਂਦੇ ਰਹੇ ਜੀ। ਮਤਲਬ ਖੂਨ ਨਾਲ ਲੱਥਪੱਥ ਲਾਸ਼ਾਂ ਵਿਹੜੇ ਦੇ ਵਿੱਚ ਪਈਆਂ ਸੀ, ਉੱਤੇ ਮੀਂਹ ਪੈ ਗਿਆ ਤਾਂ ਸਭ ਕੁਝ ਉਹ ਕਰਕੇ ਤੁਸੀਂ ਉਹ ਚੀਜ਼ਾਂ ਨੂੰ ਪੁਣਿਆ ਤੇ ਉਹੀ ਪਾਣੀ ਪੀ ਕੇ ਤੁਸੀਂ ਉੱਥੇ ਗੁਜ਼ਾਰਾ ਕੀਤਾ। ਉਹੀ ਨਵਨੀਤ ਜੀ, ਅਸੀਂ ਉਹੀ ਪਾਣੀ ਅਸੀਂ ਪੀਂਦੇ ਰਹੇ। ਫਿਰ ਮੈਂ ਤੁਹਾਨੂੰ ਬੜੀ ਇੱਕ ਗੱਲ ਦੱਸਦਾ ਜਿਹੜੀ ਕਿ ਮਤਲਬ ਕਿਤੇ ਪੜ੍ਹੀ ਨਹੀਂ ਗਈ। ਉਸ ਦਿਨ ਨੂੰ ਤਕਰੀਬਨ 11 ਵਜੇ, ਦਿਨ ਦੇ 11 ਵਜੇ ਜਦੋਂ ਦਿਨ ਚੜ ਗਿਆ ਨਾ ਜੀ, 6 ਤਰੀਕ ਦੀ ਗੱਲ ਆ, 6 ਨੂੰ, ਹਾਂ ਜੀ 6 ਤਰੀਕ ਨੂੰ 11 ਵਜੇ 80 90 100 ਕਹਿ ਲਈਏ ਆਪਾਂ, ਚਲੋ ਗਿਣਤੀ ਨਹੀਂ ਹੈ ਨਾ, ਅੰਦਾਜ਼ਨ ਵੀ ਇੰਨੇ ਕੁ ਮਜ਼ਦੂਰ ਸੀ। ਮੈਂ ਸੋਚਣਾ ਅੱਜ ਦੇ ਉਹਦੇ ਹਾਲ ਭਾਵ ਨਾਲ ਵੀ ਮੇਲ ਮਿਲਾ ਕੇ ਦੇਖੀਏ, ਕਿਉਂਕਿ ਜਿਹੜੇ ਗਰੀਬ ਲੋਕ ਨੇ ਨਾ ਉਹ ਗੁਰੂ ਰਾਮਦਾਸ ਦੇ ਘਰ ਲੰਗਰ ਦੇ ਵਿੱਚ ਪ੍ਰਸਾਦਾ ਛਕਣ ਲਈ ਜਾਂਦੇ ਨੇ ਜੀ। ਉਹ ਵੀ ਹੋ ਸਾਰੇ ਪ੍ਰਸਾਦਾ ਛਕਣ ਲਈ ਆਏ ਹੁਣ, ਵਿਚਾਰੇ ਗੋਲੀਬਾਰੀ 'ਚ ਫਸ ਗਏ। ਉਹ ਤਕਰੀਬਨ 80 90 ਬੰਦੇ ਮਿਲਟਰੀ ਨੇ ਫੜ ਕੇ ਲਿਆਂਦੇ, ਜਿਹੜੇ ਕਿ ਸਿਰੋਂ ਸਾਰੇ ਮੋਨੇ ਸੀ। ਉਹ ਜਾਂ ਬਿਹਾਰੀ ਸੀ ਜਾਂ ਨੇਪਾਲੀ ਸੀ, ਕੌਣ ਸੀ ਜੀ ਉਹ ਲਿਆ ਕੇ ਉਸੇ ਲਾਸ਼ਾਂ ਦੇ ਵਿੱਚ ਬਿਠਾ ਲਏ। ਉਹ ਲਾਸ਼ਾਂ ਦੇ ਵਿੱਚ ਬਿਠਾਏ, ਮਤਲਬ ਲਾਸ਼ਾਂ ਦੇ ਵਿੱਚ ਬਿਠਾ ਕੇ ਉਹਨਾਂ ਦੇ ਉੱਤੇ ਬੰਬ ਸੁੱਟੇ ਗਏ ਜੀ। ਬੰਬ ਸੁੱਟਣ ਤੋਂ ਬਾਅਦ ਜਦੋਂ ਉਹਨਾਂ ਦੇ ਵਿੱਚੋਂ ਕੁਝ ਲੋਕ ਭੱਜਣ ਲੱਗੇ ਉਹਨਾਂ ਦੀ ਗੋਲੀਆਂ ਮਾਰੀਆਂ ਗਈਆਂ। ਮੈਂ ਦੱਸਦਾ ਵੀ ਜਿਸ ਤਰ੍ਹਾਂ ਅੱਜ ਫਿਲਮਾਂ ਦੇ ਵਿੱਚ ਆਪਾਂ ਸੀਨ ਦੇਖਦੇ ਆ ਨਾ, ਵੀ ਫਿਲਮਾਂ ਦੇ ਵਿੱਚ ਬੰਬ ਸਿੱਟਤਾ ਜੀ, ਮਤਲਬ ਗੋਲੀਆਂ ਮਾਰੀਆਂ ਗਈਆਂ, ਬੰਦੇ ਮਾਰੇ ਗਏ, ਇਸੇ ਤਰ੍ਹਾਂ ਮੈਂ ਬੜੀ ਆਪਣੀ ਛੋਟੀ ਉਮਰ ਦੇ ਵਿੱਚ ਇਹ ਚੀਜ਼ਾਂ ਰੀਅਲ 'ਚ ਆਪਣੇ ਅੱਖੀਂ ਦੇਖੀਆਂ। ਉੱਥੇ ਦਰਬਾਰ ਸਾਹਿਬ ਗੁਰੂ ਰਾਮਦਾਸ ਰਾਂ ਦੇ ਵਿਚਕਾਰ ਜਿਹੜਾ ਕਿ ਉਹ ਵਿਹੜਾ ਸੀ ਉਹ ਲਾਸ਼ਾਂ ਦੇ ਨਾਲ ਭਰ ਚੁੱਕਿਆ ਸੀ। ਜਦੋਂ ਮਜ਼ਦੂਰ ਵਿਚਾਰੇ ਜਿਹੜੇ ਬਿਹਾਰੀ ਲੋਕ ਸੀ ਉਹ 15 ਮਿੰਟਾਂ ਦੇ ਵਿੱਚ ਸਾਰੇ ਦੇ ਸਾਰੇ ਢਹਿ ਢੇਰੀ ਕਰਤੇ ਜੀ। ਤੇ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹਾਂਗੀ, ਇੱਕ ਦਿਨ ਪਹਿਲਾਂ ਮਤਲਬ ਕਿ ਉਸ ਤੋਂ ਇੱਕ ਦਿਨ ਪਹਿਲਾਂ ਤੁਹਾਡੇ ਨਾਲ ਵੀ ਇਹ ਕਾਂਡ ਵਾਪਰਿਆ, ਤੁਹਾਡੇ ਵੀ ਉੱਥੇ 70 80 ਬੰਦਿਆਂ ਨੂੰ ਉੱਥੇ ਬਿਠਾਇਆ ਗਿਆ ਤੇ ਉਹਨਾਂ ਤੇ ਵੀ ਬੰਬ ਬਲਾਸਟ ਹੋਇਆ, ਬਹੁਤ ਸਾਰੇ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਤੇ ਜਿਹੜੇ ਲੋਕ ਉੱਥੇ ਬਚ ਜਾਂਦੇ ਸੀ ਤੇ ਫਿਰ ਆਰਮੀ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਸੀ ਵੀ ਚਲੋ ਬਚ ਗਏ ਹਨਾ, ਜਾਂ ਛੱਡਤਾ, ਜਾਂ ਫਿਰ ਤੁਸੀਂ ਕਿਤੇ ਲੁਕ ਜਾਂਦੇ ਸੀ, ਜਾਂ ਕੀ ਹੁੰਦਾ ਸੀਗਾ ਉਦੋਂ? ਨਹੀਂ ਮੈਡਮ, ਉੱਥੇ ਮਤਲਬ ਲੁਕਣ ਵਾਲੀ ਤਾਂ ਕੋਈ ਗੱਲ ਨਹੀਂ ਸੀ ਜੀ। ਉਹਦੇ ਸਾਰਾ ਜਿਹੜਾ ਵਾਕਿਆ ਨਾ 6 ਤਰੀਕ ਦਾ ਹੈ। 6 ਤਰੀਕ ਨੂੰ ਹੀ ਇਹ ਸਾਰਾ 6 ਤਰੀਕ ਨੂੰ ਉਹ ਬਿਹਾਰੀ ਮਾਰੇ ਗਏ ਵਿਚਾਰੇ ਉੱਥੇ ਹਨਾ। ਸਰਾਂ ਦੇ ਵਿੱਚ ਅੱਗ ਲੱਗੀ ਹੋਈ ਸੀ, ਬਿਲਕੁਲ ਐ 4 ਸਵੇਰੇ ਕਮਰਿਆਂ ਦੇ ਵਿੱਚ ਅੱਗ ਲੱਗੀ ਹੋਈ ਸੀ, ਧੂਆਂ ਧਾਰ ਹੋਇਆ ਪਿਆ ਸੀ। ਤੁਸੀਂ ਇਹ ਸਭ ਕੁਝ ਕਿੱਥੇ ਬੈ ਕੇ ਦੇਖ ਰਹੇ ਸੀ? ਅਸੀਂ ਉੱਥੇ ਸਰਾਂ ਦੇ ਵਿੱਚ ਬਰਾਂਡੇ ਨੇ, ਜਿਹੜੇ ਬਰਾਂਡੇ ਵਿੱਚ ਬੈਠੇ ਸੀ ਜੀ, ਅੱਗਾਂ ਲੱਗੀਆਂ ਹੋਈਆਂ ਤੀਆਂ ਕਮਰਿਆਂ ਦੇ ਵਿੱਚ ਸਾਰੇ, ਠੀਕ ਹੈ ਨੀ। ਉਹ ਸਾਰੀ ਅੱਗਾਂ ਲੱਗਣ ਕਾਰਨ ਮਤਲਬ ਹਫੜਾ ਦਫੜੀ ਵਾਲਾ ਤਾਂ ਮਾਹੌਲ ਸੀਗਾ ਹੀ ਸੀਗਾ ਜੀ। ਸਾਨੂੰ 4 ਵਜੇ ਫਿਰ ਉੱਥੋਂ ਮਤਲਬ ਗ੍ਰਿਫਤਾਰ ਕੀਤਾ ਮਿਲਟਰੀ ਵੱਲੋਂ। 4 ਵਜੇ ਗ੍ਰਿਫਤਾਰ, 3:30 4 ਵਜੇ ਦੇ ਕਰੀਬ ਜਿੰਨੇ ਲੋਕ ਜਿਉਂਦੇ ਸੀ ਉਹਨਾਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਉਹਨਾਂ ਨੂੰ ਸਾਰਿਆਂ ਨੂੰ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸਾਨੂੰ ਬਾਹਰ ਲਿਜਾ ਕੇ, ਮਤਲਬ ਇੱਕ ਮਿਲਟਰੀ ਕੈਂਪ ਬਣਿਆ ਹੋਇਆ ਸੀ ਬਾਹਰ ਕਿਤੇ ਸਕੂਲ, ਹੁਣ ਚਲੋ ਸਾਨੂੰ ਤਾਂ ਇੰਨਾ ਪਤਾ ਨਹੀਂ ਸੀ, ਸਾਨੂੰ ਉੱਥੇ ਸਾਰੇ ਲੋਕਾਂ ਨੂੰ ਉੱਥੇ ਲਿਜਾ ਕੇ ਰੱਖਿਆ ਗਿਆ। ਫਿਰ ਮੈਂ ਤੁਹਾਨੂੰ ਦੱਸਦਾ ਗੱਲ ਵੀ ਜਦੋਂ ਸਾਨੂੰ ਅਰੈਸਟ ਕਰਕੇ ਮਤਲਬ ਲੈ ਕੇ ਗਏ ਸੀ ਨਾ ਬਾਹਰ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ, ਇੱਕ ਬੱਸ ਦੇ ਵਿੱਚ ਤਕਰੀਬਨ 35 40 ਬੰਦੇ ਵਿੱਚ ਬੀਬੀਆਂ ਹੈ ਨਾ, ਸਾਰੇ ਬੱਸਾਂ ਦੇ ਵਿੱਚ ਵੀ ਸਾਡੇ ਨਾਲ ਬੜੀ ਕੁੱਟਮਾਰ ਕੀਤੀ ਗਈ। ਜਿਹੜਾ ਬੰਦਾ ਪਾਣੀ ਮੰਗ ਰਿਹਾ ਸੀ ਪਿਆਸ ਦਾ, 2 ਦਿਨ ਹੋ ਗਏ ਸੀ ਜੀ ਪਿਆਸਿਆਂ ਨੂੰ, ਉੱਤੋਂ ਇੰਨੀ ਗਰਮੀ, ਉੱਤੋਂ ਗਰਮੀ ਸੀ, ਜੂਨ ਦਾ ਮਹੀਨਾ ਸੀ ਤੇ ਉਹ ਜਿਹੜਾ ਬੰਦਾ ਮਤਲਬ ਪਾਣੀ ਵੀ ਮੰਗਦਾ ਸੀ ਉਹਦੀ ਵੀ ਕੁੱਟਮਾਰ ਕੀਤੀ ਜਾਂਦੀ ਸੀ। ਉਹਦੀ ਛਾਤੀ ਦੇ ਵਿੱਚ ਬੂਟਾਂ ਸਮੇਤ ਐ ਖੜਿਆਂ ਦੇ ਬਸ ਬੈਠੇ ਮਤਲਬ ਲੋਕਾਂ ਦੇ, ਉਹਨਾਂ ਨੇ ਖੜ ਕੇ ਛਾਤੀ ਦੇ ਵਿੱਚ ਬੂਟ ਮਾਰਨੇ ਤੇ ਉਹਨਾਂ ਨੇ ਮਤਲਬ ਬਾਬਾ ਜਰਨੈਲ ਸੋਹਰਾ ਨੇ ਨਾਂ ਲੈ ਕੇ ਗਾਲੀ ਨਿਕਾਲ ਲਈ, ਹਿੰਦੀ ਦੇ ਵਿੱਚ ਗਾਲੀਆਂ ਨਿਕਾਲ ਲਈਆਂ ਉਹਨਾਂ ਨੇ। ਤੇ ਫਿਰ ਜਦੋਂ ਸਾਨੂੰ ਬਾਹਰ ਲੈ ਕੇ ਗਏ ਜੀ, ਜਿਹੜੀ ਬੜੀ ਮੇਰੇ ਮਨ ਦੇ ਵਿੱਚ ਮਤਲਬ ਗੱਲ ਹੈ ਇੱਕ, ਜਿਹਨੂੰ ਅੱਜ ਵੀ ਤਕਰੀਬਨ ਮਤਲਬ ਲਾ ਲਓ ਤੁਸੀਂ 34 35 ਵਰੇ ਹੋ ਗਏ ਇਹ ਘਟਨਾ ਵਾਪਰੀ ਨੂੰ। ਅੱਜ ਵੀ ਜਦੋਂ ਕਿਤੇ ਰਾਤ ਨੂੰ ਅੱਖ ਖੁੱਲਦੀ ਹੈ, ਜਦੋਂ ਮਤਲਬ ਯਾਦ ਆਉਂਦਾ ਸਾਰਾ ਜਿਹੜਾ ਮਤਲਬ ਸੀਨ ਤੀ ਸਾਨੂੰ, ਮਤਲਬ ਜਦੋਂ ਲੈ ਕੇ ਗਏ, ਜਦੋਂ ਕਰਫਿਊ ਬਾਹਰ ਖੁੱਲ ਗਿਆ ਸੀ, ਬਾਹਰ ਕੁਝ ਲੋਕ ਆਪਣੇ ਘਰਾਂ ਦੇ ਬਾਹਰ ਜਿਹੜੇ ਕਿ ਉੱਥੋਂ ਦੇ ਨਿਵਾਸੀ ਹੋਣੇ ਨੇ ਅੰਮ੍ਰਿਤਸਰ ਦੇ, ਉਹ ਮੋਨੇ ਸੀ ਸਿਰਾਂ ਤੋਂ, ਉਹ ਖੜੇ ਸੀ। ਉਹ ਸਾਡੀਆਂ ਬੱਸਾਂ ਦੇ ਵਿੱਚ ਮਤਲਬ ਰੋਕ ਕੇ ਬੱਸਾਂ ਨੂੰ ਜਿਹੜੇ ਮਿਲਟਰੀ ਵਾਲੇ ਸੀ ਉਹਨਾਂ ਦੇ ਗਲਾਂ ਦੇ ਵਿੱਚ ਉਹ ਹਾਰ ਪਾ ਰਹੇ ਸੀ। ਉਹਨਾਂ ਨੂੰ ਪ੍ਰਸਾਦ ਪੂਰੀ ਪਾਣੀ ਮਤਲਬ ਦਿੱਤਾ ਜਾ ਰਿਹਾ ਸੀ। ਮੇਰੇ ਜ਼ਿਹਨ ਦੇ ਵਿੱਚ ਮਤਲਬ ਇਹ ਬੜੀ ਮਤਲਬ ਮੈਂ ਸੋਚਣਾ ਵੀ ਭਾਵਕ ਹੋ ਕੇ ਮੈਂ ਅੱਜ ਵੀ ਇਹ ਸੋਚਦਾ ਵੀ ਸਾਡਾ ਕੀ ਕਸੂਰ ਸੀ। ਸਾਨੂੰ ਕਿਸੇ ਨੇ ਪਾਣੀ ਦੀ ਘੁੱਟ ਵੀ ਨਹੀਂ ਪੁੱਛੀ, ਸਾਨੂੰ ਕਿਸੇ ਨੇ ਰੋਟੀ ਤਾਂ ਦੂਰ ਦੀ ਗੱਲ ਹੈ, ਸਾਨੂੰ ਪਾਣੀ ਦੀ ਘੁੱਟ ਵੀ ਨਹੀਂ ਪੁੱਛੀ। ਜਦੋਂ ਕਿ ਸਿੱਖ ਕੌਮ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ,
ਗੁਰੂ ਨਾਨਕ ਸਾਹਿਬ ਦੀਆਂ ਫੌਜਾਂ ਨੇ ਕਹਿ ਦਈਏ, ਚਾਹੇ ਕਿਤੇ ਨੇਪਾਲ 'ਚ ਘਟਨਾ ਹੋਈ, ਚਾਹੇ ਕਿਤੇ ਮਤਲਬ ਜੰਮੂ ਕਸ਼ਮੀਰ 'ਚ ਹੋਈ, ਚਾਹੇ ਹੇਮਕੁੰਟ ਸਾਹਿਬ ਦੀ ਧਰਤੀ ਤੇ ਹੋਈ ਜਦੋਂ ਮਤਲਬ ਜ਼ਿਆਦਾ ਬਰਸਾਤਾਂ ਪਈਆਂ ਜੀ, ਅੱਜ ਦੇ ਦਿਨ 'ਚ ਵੀ ਜੇ ਮਹਾਮਾਰੀ ਚੱਲੀ ਹੈ, ਕਰੋਨਾ ਦਾ ਨਾਮ ਚੱਲ ਰਿਹਾ ਹੈ, ਤਾਂ ਉਹਦੇ ਵਿੱਚ ਵੀ ਸਿੱਖ ਕੌਮ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਹੋਰ ਸਿੱਖ ਜਥੇਬੰਦੀਆਂ ਨੇ ਕਿਤੇ ਵੀ ਮੇਰੇ ਹਿਸਾਬ ਨਾਲ ਲੰਗਰਾਂ ਦੀ ਘਾਟ ਨਹੀਂ ਆਉਣ ਦਿੱਤੀ ਜੀ, ਬਿਨਾਂ ਭੇਦ-ਭਾਵ ਤੋਂ। ਅਸੀਂ ਖੁਦ ਵੀ, ਮੈਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਬਤੌਰ ਮੈਨੇਜਰ ਡਿਊਟੀ ਕਰ ਰਿਹਾ ਅੱਜ ਦੀ ਤਰੀਕ ਦੇ ਵਿੱਚ। ਅਸੀਂ ਰਸਤੇ ਦੇ ਵਿੱਚ ਜਾ ਰਹੇ ਪ੍ਰਵਾਸੀ ਮਜ਼ਦੂਰ ਨੇ, ਜਿਹੜੇ ਪ੍ਰਵਾਸੀ ਭਈਏ ਨੇ, ਤੇ ਉਹਨਾਂ ਤੋਂ ਇਲਾਵਾ ਜਿਹੜੇ ਕਲੋਨੀਆਂ ਦੇ ਵਿੱਚ ਲੋਕ ਰਹਿੰਦੇ ਸੀ, ਹਾਲਾਂਕਿ ਸਿੱਖ ਨਹੀਂ ਸੀ ਉਹ, ਵਿਹਾਰੀ ਲੋਕ ਨੇ, ਮਜ਼ਦੂਰ ਲੋਕ ਨੇ, ਉਹਨਾਂ ਨੂੰ ਜਾ ਕੇ ਲੰਗਰ ਛਕਾ ਕੇ ਆਉਂਦੇ ਰਹੇ ਅੱਜ ਵੀ। ਪਰੰਤੂ ਮੇਰੇ ਮਨ ਦੇ ਵਿੱਚ ਲੰਗਰ ਛਕਾਉਣ ਗਏ ਦੇ ਵੀ ਹੁਣ ਵੀ ਬਤੌਰ ਡਿਊਟੀ ਤੇ ਮੇਰੇ ਮਨ ਦੇ ਵਿੱਚ ਇਹੀ ਜਿਹੀ ਗੱਲ ਆਉਂਦੀ ਹੈ ਵੀ ਮਤਲਬ ਉਹ ਸਮੇਂ 'ਚ ਮੇਰੀ ਉਮਰ 15 ਸਾਲ ਸੀ, ਭਾਵੇਂ ਹੋਰ ਵੀ ਬੱਚੇ ਵੀ ਸੀ, ਮਤਲਬ ਬੀਬੀਆਂ ਵੀ ਸੀ, ਤੇ ਸਾਡੇ ਨਾਲ ਇਸ ਤਰ੍ਹਾਂ ਦਾ ਕਿਉਂ ਕੀਤਾ ਗਿਆ ਵੀ ਸਾਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ, ਜਦੋਂ ਕਿ ਕੌਮ ਸਾਡੀ ਇੱਕ ਹੈ ਵੀ ਅਸੀਂ, ਤੁਹਾਨੂੰ ਮੈਂ ਦੱਸਿਆ, ਅੱਜ ਵੀ ਅਸੀਂ ਬਿਨਾਂ ਭੇਦ-ਭਾਵ ਤੋਂ ਲੰਗਰ ਛਕਾ ਰਹੇ ਹਾਂ। ਬਿਲਕੁਲ ਛਕਾਇਆ ਨਹੀਂ, ਅੱਜ ਵੀ ਛਕਾ ਰਹੇ ਹਾਂ ਜੀ ਅਸੀਂ। ਪਰ ਸਾਡੇ ਨਾਲ ਇਹ ਘਿਨਾਉਣੀ ਹਰਕਤ ਕਹਿ ਦਈਏ, ਮਤਲਬ ਮਿਲਟਰੀ ਵਾਲੇ ਲੋਕਾਂ ਨੂੰ ਪ੍ਰਸਾਦ ਪੂਰੀਆਂ, ਪਾਣੀ, ਇਹ ਮੇਰੇ ਮਤਲਬ ਜਿੰਨਾ ਤੱਕ ਆਪਾਂ ਇੱਥੇ ਮੈਂ ਧਰਤੀ ਤੇ ਜਿੰਦਾ ਰਹੂੰਗਾ, ਮੇਰੇ ਮਨ ਦੇ ਵਿੱਚ ਇਹ ਗੱਲ ਹਮੇਸ਼ਾ ਰੜਕਦੀ ਰਹੂਗੀ ਵੀ ਸਾਡੇ ਨਾਲ ਕਿਉਂ ਭੇਦਭਾਵ। ਆਪਾਂ ਸਮਝ ਸਕਦੇ ਹਾਂ ਕਿ ਕਹਿੰਦੇ ਹੁੰਦੇ ਨੇ ਕਿ ਇੱਕ ਬੱਚਾ ਹੁੰਦਾ ਜਿਹੜਾ ਉਹ ਕੋਰਾ ਕਾਗਜ਼ ਹੁੰਦਾ, ਉਹ ਤੇ ਕੁਝ ਵੀ ਛਾਪ ਦਈਏ ਤਾਂ ਉਹ ਹਮੇਸ਼ਾ ਲਈ ਰਹਿੰਦਾ ਜਿੰਨਾ ਟਾਈਮ ਉਹ ਬੱਚਾ ਜਿਉਂਦਾ। ਸੋ ਤੁਸੀਂ ਆਪਣੀ ਜ਼ਿੰਦਗੀ ਦੇ ਦੌਰਾਨ, ਉਹਨਾਂ 15 ਸਾਲਾਂ ਦੇ ਦੌਰਾਨ ਇੰਨਾ ਕਹਿਰ ਦੇਖਿਆ, ਇੰਨੀਆਂ ਲਾਸ਼ਾਂ ਦੇਖੀਆਂ, ਇੰਨਾ ਖੂਨ ਖਰਾਬਾ ਦੇਖਿਆ, ਉਸ ਤੋਂ ਬਾਅਦ ਤੁਸੀਂ ਸੋਚ ਰਹੇ ਸੀ ਕਿ ਸਾਡੇ ਨਾਲ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਨਾ। ਉਸ ਦੇ ਬਾਵਜੂਦ ਵੀ ਤੁਹਾਡੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਸੀ ਕਿ ਅਸੀਂ ਭੁੱਖੇ ਆ, ਸਾਨੂੰ ਕੋਈ ਪੀਣ ਲਈ ਪਾਣੀ ਨਹੀਂ ਦੇ ਰਿਹਾ, ਪਰ ਸਾਡੇ ਹੀ ਸਾਹਮਣੇ, ਸਾਡੇ ਹੀ ਸਮਾਜ ਦੇ ਲੋਕ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾ ਰਹੇ ਨੇ, ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇ ਰਹੇ ਨੇ। ਓਬਵੀਅਸਲੀ ਛੋਟੇ ਬੱਚੇ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਤੇ ਇਹੋ ਜਿਹੀਆਂ ਗੱਲਾਂ ਵੀ ਆਉਂਦੀਆਂ ਨੇ ਕਿ ਆਖਿਰਕਾਰ ਇਹ ਸਾਡੇ ਨਾਲ ਕਿਉਂ, ਜਾਂ ਫਿਰ ਉਹ ਲੋਕ ਕੌਣ ਸਨ ਜਿਨ੍ਹਾਂ ਨੇ ਸਾਡੇ ਨਾਲ ਇਹ ਸਭ ਕੁਝ ਕੀਤਾ। ਤੇ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਦਿਮਾਗ ਦੇ ਵਿੱਚ ਆਉਣੀਆਂ ਸੁਭਾਵਿਕ ਜੀ ਗੱਲ ਹੈ, ਇੱਕ ਬੱਚੇ ਦੇ ਦਿਮਾਗ ਦੇ ਵਿੱਚ ਆਉਣੀ ਹੈ ਸੁਭਾਵਿਕ ਜੀ ਗੱਲ ਹੈ। ਇਸ ਲਈ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਕਿ ਸਾਡੇ ਸਮਾਜ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਲੋਕਾਂ ਨਾਲ ਉਸ ਸਮੇਂ ਕੀ ਹੋਇਆ ਸੀ, ਸਾਡੇ ਬੱਚਿਆਂ ਨੇ, ਸਾਡੀਆਂ ਬੀਬੀਆਂ ਨੇ, ਸਾਡੇ ਨੌਜਵਾਨਾਂ ਨੇ, ਸਾਡੇ ਵੀਰਾਂ ਨੇ ਉਸ ਟਾਈਮ ਕੀ ਆਪਣੇ ਪਿੰਡੇ ਤੇ ਸਹਿਆ, ਹੱਡ ਬੀਤੀਆਂ ਅਸੀਂ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀਗਾ ਕਿ ਇਹ ਸ਼ਖਸ ਜੋ ਅੱਜ ਸਾਡੇ ਨਾਲ ਮੌਜੂਦ ਨੇ, ਇਹਨਾਂ ਦੀ ਉਮਰ ਉਸ ਵਕਤ ਸਿਰਫ ਤੇ ਸਿਰਫ 15 ਸਾਲ ਦੀ ਸੀ, ਤੇ 15 ਸਾਲ ਦਾ ਬੱਚਾ ਕੋਈ ਜ਼ਿਆਦਾ ਵੱਡਾ ਨਹੀਂ ਹੁੰਦਾ, ਬਹੁਤ ਛੋਟਾ ਬੱਚਾ ਹੁੰਦਾ ਹੈਗਾ। ਅੱਜ ਕੱਲ੍ਹ ਦੇ ਬੱਚੇ ਥੋੜੇ ਜ਼ਿਆਦਾ ਤੇਜ਼ ਨੇ, ਤਾਂ ਉਸ ਟਾਈਮ ਦੇ ਬੱਚੇ ਤਾਂ ਬੜੇ ਮਾਸੂਮ ਹੁੰਦੇ ਸੀਗੇ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੰਨਾ ਕੁਝ ਵੇਖਿਆ, ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਡੇ ਜ਼ਿਹਨ ਦੇ ਵਿੱਚ ਰਹਿ ਜਾਂਦੀਆਂ ਨੇ ਤੇ ਰਾਤ ਨੂੰ ਸੁਪਨੇ ਬਣ ਕੇ ਉਹ ਅਕਸਰ ਸਾਨੂੰ ਸਤਾਉਂਦੀਆਂ ਨੇ, ਕਿ ਨਹੀਂ? ਹਾਂਜੀ ਹਾਂਜੀ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਸਾਨੂੰ ਮਿਲਟਰੀ ਕੈਂਪ ਦੇ ਵਿੱਚ ਰੱਖਿਆ ਗਿਆ ਜੀ। ਤਕਰੀਬਨ ਉੱਥੇ ਅਸੀਂ 20-25 ਦਿਨ ਰਹੇ। ਉੱਥੇ ਵੀ ਜੇ ਆਪਾਂ ਹਿਸਾਬ ਲਾਈਏ, ਜਿੱਥੇ ਸਾਨੂੰ ਰੱਖਿਆ ਗਿਆ ਉੱਥੇ ਵੀ ਸਾਡੇ ਤੇ ਤਸ਼ੱਦਦ ਦਾ ਦੌਰ ਚੱਲਦਾ ਰਿਹਾ, ਕੁੱਟਮਾਰ ਵੀ ਹੁੰਦੀ ਰਹੀ। ਮੰਨ ਲਓ ਵੀ 15 ਬਾਈ 20 ਦੇ ਕਮਰੇ ਦੇ ਵਿੱਚ ਅਸੀਂ 40 ਜਾਣੇ ਜੂਨ ਦੇ ਮਹੀਨੇ ਦੇ ਵਿੱਚ ਇਕੱਠੇ ਰਹੇ। 40 ਬੰਦੇ ਇਕੱਠੇ ਰਹੇ। ਉੱਥੇ ਵੀ ਬੜਾ ਤਸ਼ੱਦਦ ਹੋਇਆ, ਕੋਈ ਖਾਣ ਪੀਣ ਦੀ ਸਹੂਲਤ ਨਹੀਂ ਸੀ, ਤੇ ਮਹਾਰਾਜ ਆਪੇ ਸੀ, ਉਹਨਾਂ ਨੇ ਆਪ ਹੀ ਸਖਤੀ ਦੇ ਕੇ ਸਾਨੂੰ ਉੱਥੇ ਰੱਖਿਆ ਜੀ। ਕਿੰਨੇ ਦਿਨ ਰਹੇ ਉੱਥੇ? ਉੱਥੇ ਤਕਰੀਬਨ ਅਸੀਂ 20 ਦਿਨ ਰਹੇ। 20 ਦਿਨ ਉੱਥੇ ਰਹੇ, ਤੇ ਫਿਰ ਉਸ ਤੋਂ ਬਾਅਦ ਨਾਰਮਲੀ ਛੱਡ ਦਿੱਤਾ ਗਿਆ ਜਾਂ ਕਿਵੇਂ ਉੱਥੋਂ ਨਿਕਲੇ? ਨਹੀਂ, ਉੱਥੋਂ ਫਿਰ ਸਾਨੂੰ ਪੰਜਾਬ ਪੁਲਿਸ ਦੇ ਪੰਜਾਬ ਦੇ ਹਵਾਲੇ ਕਰਤਾ, ਅੰਮ੍ਰਿਤਸਰ ਦੀ ਜੇਲ੍ਹ 'ਚ ਭੇਜਿਆ। ਉੱਥੇ 2 ਰਾਤਾਂ ਰਹੀਆਂ। ਅੰਮ੍ਰਿਤਸਰੋਂ ਫਿਰ ਸਾਨੂੰ ਜ਼ਿਲ੍ਹੇ ਵਾਈਜ਼ ਵੰਡਤਾ। ਮੈਂ ਇਕੱਲਾ ਉਸ ਜਥੇ ਦੇ ਵਿੱਚੋਂ ਪਟਿਆਲੇ ਜ਼ਿਲ੍ਹੇ ਦਾ ਹੋਣ ਕਰਕੇ ਮੈਨੂੰ ਪਟਿਆਲੇ ਜੇਲ੍ਹ 'ਚ ਵਿੱਚ ਭੇਜ ਦਿੱਤਾ ਗਿਆ। ਇੱਥੋਂ ਮੈਨੂੰ 2 ਦਿਨਾਂ ਬਾਅਦ ਫਿਰ ਮੈਨੂੰ ਰਿਹਾ ਕਰ ਦਿੱਤਾ ਗਿਆ। ਤੁਹਾਨੂੰ ਰਿਹਾ ਕਰ ਦਿੱਤਾ ਗਿਆ। ਤੇ ਹੁਣ ਇਹ ਸਾਰੇ ਵਾਕਿਆਂ ਨੂੰ ਦੇਖਦੇ ਹੋਏ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਾਡੇ ਜਿਹੜੇ ਬੱਚੇ ਨੇ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਜੀ ਸੰਦੇਸ਼ ਤਾਂ ਦੇਖੋ, ਮੇਰੀ ਅਪੀਲ ਹੈ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ, ਉਹਨਾਂ ਦੇ ਸਾਰੇ ਪਰਿਵਾਰਾਂ ਨੂੰ, ਵੀ ਜਿਹੜਾ ਸਾਡਾ ਨਾਲ ਸਾਕਾ ਵਾਪਰਿਆ ਨਾ, ਜਿਵੇਂ ਮੈਂ ਤੁਹਾਨੂੰ ਅੱਖੀਂ ਡਿੱਠਾ ਹਾਲ ਦੱਸਿਆ, ਕਿਉਂਕਿ ਹੁਣ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਪੜ੍ਹਨ 'ਚ ਰੁਚੀ ਨਹੀਂ ਰੱਖਦੀ। ਉਹ ਇਦਾਂ ਸਾਡੇ ਵਰਗੇ ਲੋਕਾਂ ਦੀਆਂ ਗੱਲਾਂ ਨੇ ਜਿਹੜੀਆਂ ਅੱਖੀ ਨੇ, ਜਿਹ 'ਚ ਇੱਕ ਰਤੀ ਭਰ ਵੀ ਝੂਠ ਨਹੀਂ ਹੈਗਾ, ਉਹ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸਣ, ਕਿਉਂਕਿ ਉਸ ਵੇਲੇ ਦੀਆਂ ਸਰਕਾਰਾਂ ਵੱਲੋਂ ਸਾਡੇ ਤੇ ਕਿੰਨਾ ਜ਼ੁਲਮ ਢਾਇਆ ਗਿਆ, ਕਿੰਨਾ ਜ਼ੁਲਮ ਢਾਇਆ ਗਿਆ, ਕੀ ਕੁਛ ਸਾਡੇ ਨਾਲ ਹੋਇਆ। ਮੇਰੀ ਇਹੀ ਬੇਨਤੀ ਹੈ ਸਾਰੇ ਖਾਸ ਕਰਕੇ ਸਿੱਖ ਪਰਿਵਾਰਾਂ ਨੂੰ, ਉਹ ਆਪਣੇ ਬੱਚਿਆਂ ਨੂੰ ਇਦਾਂ ਦੀਆਂ ਵੀਡੀਓ, ਇਦਾਂ ਦੀਆਂ ਰਿਕਾਰਡਿੰਗਾਂ, ਹੋਰ ਵੀ ਬਹੁਤ ਨੇ, ਬਹੁਤ ਸਾਰੇ ਲੋਕ ਸੀ ਵਿੱਚ, ਉਹ ਜ਼ਰੂਰ ਦਿਖਾਉਣ
ਤਾਂ ਜੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਗਾਹਾਂ ਉਹਨਾਂ ਦੇ ਬੱਚੇ ਸਾਡਾ ਜਿਹੜਾ ਇਤਿਹਾਸ ਹੈ ਇਹ ਜਿੰਦਾ ਰਹੇ ਕਿ ਉਸ ਟਾਈਮ ਦੀ ਸਰਕਾਰ ਵੱਲੋਂ ਸਾਡੇ ਨਾਲ ਸਾਡੇ ਤੇ ਕੀ ਕੁਛ ਕਹਿਰ ਵਰਤਾਇਆ ਗਿਆ ਜੀ। ਜੀ ਗੁਰਪ੍ਰੀਤ ਜੀ, ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਇਹਨਾਂ ਦੇ ਨਾਲ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਤਾਂ ਜਿਹੜੇ ਵੀ ਦਰਸ਼ਕਾਂ ਦੇ ਮਨਾਂ ਦੇ ਵਿੱਚ ਹੋਰ ਸਵਾਲ ਹੋਣਗੇ, ਕੁਝ ਹੋਰ ਪੁੱਛਣਾ ਚਾਹੁੰਦੇ ਹੋਣਗੇ, ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ। ਇਨਬਾਕਸ ਦੇ ਵਿੱਚ ਉਹ ਤੁਸੀਂ ਮੈਸੇਜ ਕਰ ਸਕਦੇ ਹੋ, ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਨੇ ਜਿਹੜੇ ਉਹ ਜ਼ਰੂਰ ਮਿਲਣਗੇ। ਸੋ ਗੁਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜਾਂਦੀ ਜਾਂਦੀ ਮੈਂ ਦਰਸ਼ਕਾਂ ਦੇ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਕੇ ਜਾਵਾਂਗੀ ਕਿ ਅੱਜ ਦਾ ਇਸ ਦੌਰ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਖਾਸ ਕਰਕੇ ਕਰੋਨਾ ਨੂੰ ਲੈ ਕੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਭਾਵੇਂ ਅਸੀਂ ਕਹਿ ਦਈਏ ਕਿ ਰਾਜਨੀਤਿਕ ਵੱਲੋਂ, ਭਾਵੇਂ ਅਸੀਂ ਕਹਿ ਦਈਏ ਕਿ ਸਰਕਾਰਾਂ ਵੱਲੋਂ ਬਹੁਤ ਸਾਰੀਆਂ ਦਰਾਰਾਂ ਨੇ ਜਿਹੜੀਆਂ ਅੱਜ ਵੀ ਖੜੀਆਂ ਕੀਤੀਆਂ ਗਈਆਂ ਨੇ। ਭਾਵੇਂ ਅਸੀਂ ਧਰਮ ਦੇ ਨਾਮ ਦੀ ਗੱਲ ਕਰ ਲਈਏ, ਭਾਵੇਂ ਅਸੀਂ ਜਾਤੀਵਾਦ ਦੇ ਨਾਮ ਦੀ ਗੱਲ ਕਰੀਏ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਵੀ ਖੜੀਆਂ ਹੋਈਆਂ ਨੇ। ਪਰ ਅਸੀਂ ਲੋਕਾਂ ਨੇ ਇਨਸਾਨੀਅਤ ਦੇ ਨਾਤੇ ਇੱਕ ਦੂਜੇ ਦੀ ਮਦਦ ਕਰਨੀ ਹੈ। ਅਸੀਂ ਲੋਕਾਂ ਨੇ ਇਨਸਾਨੀਅਤ ਦੇ ਨਾਤੇ ਸਭ ਕੁਝ ਜੋ ਸਾਡੇ ਪੁਰਾਣਿਆਂ ਨਾਲ ਵਾਪਰਿਆ, ਜੋ ਸਾਡੇ ਵੱਡਿਆਂ ਨਾਲ ਵਾਪਰਿਆ, ਉਹ ਸਾਡੇ ਨਾਲ ਨਾ ਵਾਪਰੇ, ਸਾਡੇ ਸਮਾਜ ਦੇ ਨਾਲ ਨਾ ਵਾਪਰੇ, ਸੋਚ ਸਮਝ ਕੇ ਹਰੇਕ ਕਦਮ ਨੂੰ ਚੁੱਕਣਾ ਤੇ ਖਾਸ ਕਰਕੇ ਅਜਿਹੀਆਂ ਵੀਡੀਓਜ਼ ਨੂੰ ਜ਼ਰੂਰ ਦੇਖਣਾ ਜਿੱਥੇ ਤੁਹਾਡੇ ਸਾਹਮਣੇ ਅੱਖੀ ਵੇਖੀ ਗੱਲ ਹੈ ਜਿਹੜੀ ਉਹ ਕੀਤੀ ਜਾ ਸਕੇ। ਇਸੇ ਲਈ ਹੀ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਿ ਕਿਤਾਬਾਂ ਦੇ ਵਿੱਚ ਬਹੁਤ ਸਾਰਾ ਐਸਾ ਸੱਚ ਹੈ ਜੋ ਲੁਕੋਇਆ ਗਿਆ। ਕਿਤਾਬਾਂ ਦੇ ਵਿੱਚ ਉਹ ਛਾਪਿਆ ਗਿਆ ਜੋ ਕਿਸੇ ਨੇ ਛਪਵਾਇਆ, ਕਿਤਾਬਾਂ ਦੇ ਵਿੱਚ ਉਹ ਛਾਪਿਆ ਗਿਆ ਜੋ ਆਪਾਂ ਕਹਿ ਦਈਏ ਕਿ ਇੱਕ ਅਦਾਰਾ ਕਹਿ ਦਈਏ, ਜਾਂ ਫਿਰ ਆਪਾਂ ਕਹਿ ਦਈਏ ਕਿ ਜਿਹੜੇ ਹਾਈ ਆਫੀਸਰਸ ਨੇ, ਜਾਂ ਫਿਰ ਜਿਹੜੇ ਕਹਿ ਦਈਏ ਕਿ ਉੱਚ ਪਦਵੀਆਂ ਵਾਲੇ ਨੇ, ਜਿਹੜੇ ਉਸ ਸਮੇਂ ਕਿਤਾਬਾਂ ਛਾਪ ਗਏ ਜਾਂ ਫਿਰ ਛਪਵਾ ਗਏ। ਪਰ ਸਾਡੇ ਆਮ ਲੋਕ, ਉਹਨਾਂ ਦੀ ਆਵਾਜ਼ ਨੂੰ ਅਸੀਂ ਬੁਲੰਦ ਕਰਨਾ, ਉਹਨਾਂ ਦੇ ਦੁੱਖਾਂਤ ਨੂੰ ਅਸੀਂ ਬੁਲੰਦ ਕਰਨਾ, ਸਾਡੇ ਸਮਾਜ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇੰਨੇ ਸਾਲਾਂ ਦੇ ਬਾਵਜੂਦ ਸਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਦਫਨ ਹੈ ਤੇ ਉਹਨਾਂ ਨੇ ਆਪਣੇ ਪਿੰਡੇ ਤੇ ਕੀ ਹੰਡਾਇਆ। ਤੇ ਸਭ ਨੂੰ ਵਾਰ-ਵਾਰ ਇਹੀ ਬੇਨਤੀ ਹੈ ਕਿ ਅਗਰ ਤੁਸੀਂ ਵੀ ਇਹ ਵੀਡੀਓ ਵੇਖ ਰਹੇ ਹੋ ਤੇ ਤੁਹਾਡੇ ਵਿੱਚੋਂ ਵੀ ਕੋਈ ਇਨਸਾਨ ਅਜਿਹਾ ਹੈ ਜਿਸ ਨੇ 1984 ਦਾ ਉਹ ਦੁਖਾਂਤ ਆਪਣੀ ਅੱਖੀ ਵੇਖਿਆ, ਉਹ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਤੇ ਅਸੀਂ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਾਵਾਂਗੇ ਤੇ ਦਰਸ਼ਕਾਂ ਨੂੰ, ਸਾਡੇ ਸਮਾਜ ਨੂੰ ਦੱਸਾਂਗੇ ਕਿ ਆਖਿਰ ਅਸਲ ਕਹਾਣੀ, ਅਸਲ ਸੱਚ ਕੀ ਹੈ। ਧੰਨਵਾਦ।